ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ. Thank you for joining the Sikh Discord event for art and Sikhi. Um, Thank you all for joining. I'm very excited to introduce the speaker for our event on exploring Sikhi through the art. Um, we have with us the very talented visual artist Harman Kaur ji, who bases her work on Instagram on Gurmukhi calligraphy and Indic floral designs. We'll be linking Benji's social media in the text for voice channel, so please make sure you check it out and give her a follow as well. Just to note that this talk is also being recorded, and it will be Benji will be talking in exclusively in Punjabi, just as a preference. But if there's anyone that requires any translation or anything like that, please do give us a message, and we will help you out there. So I will pass on now to Panji Harman Kaur ji, who will be here with us. So Panji, Vaheguru Ji Ka Khalsa, Vaheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ. Thank you for agreeing to come on and being here with us today. ਮੈਨੂੰ ਕਹਿੰਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਅਪਰੋਚ ਕੀਤਾ ਸੋ ਕਿ ਮੈਂ ਕੁਝ ਚੀਜ਼ਾਂ ਦੱਸ ਪਾਵਾਂ ਆਪਣੇ ਬਾਰੇ. ਹਾਂਜੀ, ਤੁਸੀਂ ਪਹਿਲਾਂ ਤੁਸੀਂ ਦੱਸ ਸਕਦੇ ਹੋ ਆਪ ਜੀ ਬਾਰੇ ਥੋੜਾ ਜਿਹਾ? ਹਾਂਜੀ, ਮੈਂ ਵੈਸੇ ਜਨਮ ਸਥਾਨ ਮੇਰਾ ਦਿੱਲੀ ਦਾ ਹੀ ਹੈ ਤੇ ਦਿੱਲੀੋਂ ਹੀ ਆ ਤੇ ਵੈਸੇ ਅਸੀਂ ਜਲੰਧਰ ਤੋਂ ਆ ਤੇ ਸ਼ੁਰੂ ਮੈਂ ਐਕਚੁਅਲੀ ਕਹਿ ਲਓ ਇਹਦੇ ਨਾਲ ਹੀ ਨਹੀਂ ਕੀਤਾ ਸੀ, ਸਿੱਖੀ ਆਰਟ ਵਿੱਚ ਹੀ ਨਹੀਂ ਕੀਤਾ ਸੀਗਾ. ਪਹਿਲਾਂ ਵੀ ਬਹੁਤ ਚੀਜ਼ਾਂ ਕੀਤੀਆਂ, ਫਿਰ ਕਿਤੇ ਜਾ ਕੇ ਸਾਨੂੰ ਰਾਹ ਲੱਭਿਆ ਸਿੱਖੀ ਵੱਲ ਤੇ ਕਾਫੀ ਲੰਬੀ ਜਰਨੀ ਕਹਿ ਲਓ. 3-4 ਸਾਲ ਹੋ ਗਏ ਨੇ ਅਕਾਊਂਟ ਬਣਾਇਆ ਨੂੰ ਤੇ ਫਿਰ ਇੱਕਦਮ ਹੀ ਜਿਵੇਂ ਨਹੀਂ ਸੀ ਪਤਾ ਹਨਾ ਕਿਸੇ ਨੂੰ ਕਿ ਮੈਂ ਏਦਾਂ ਕੰਮ ਕਰਦੀ ਆ. ਇਹ ਵੀ ਵੈਸੇ ਸੰਗਤ ਕਰਕੇ ਕਾਫੀ ਅੱਗੇ ਵਧਿਆ ਕੰਮ. ਓਦਾਂ ਤੇ ਆਪਣੇ ਅੰਦਰ ਕੋਈ ਐਸਾ ਕੋਈ ਸੀ ਨਹੀਂ ਵਿਸ਼ਵਾਸ ਵੀ ਕਰ ਸਕਦੇ ਆ, ਪਰ ਉਹੀ ਹੌਲੀ ਹੌਲੀ ਜਦ ਮਿਹਨਤ ਕਰਦੇ ਰਹੋ ਤੇ ਪ੍ਰੈਕਟਿਸ ਕਰਦੇ ਰਹੋ ਤੇ ਫਿਰ ਚੀਜ਼ਾਂ ਆਉਂਦੀਆਂ ਨੇ ਫਿਰ ਹੌਲੀ ਹੌਲੀ ਬੰਦੇ ਕੋਲ. ਪਰ ਇਹ ਕਿ ਸੰਗਤ ਕਰਕੇ ਕਾਫੀ ਫਰਕ ਪਿਆ. ਸੰਗਤ ਨੇ ਕਾਫੀ ਜਿਵੇਂ ਹੈਲਪ ਕੀਤੀ ਮੇਰੀ, ਜਿੱਥੇ ਮੈਂ ਕਹਿ ਲਓ ਕਿ ਤੁਸੀਂ ਅੱਜ ਮੈਨੂੰ ਇੱਥੇ ਬੁਲਾਇਆ, ਮੈਨੂੰ ਇੱਥੇ ਕਹਿ ਲਓ ਇੱਕ ਪਲੇਟਫਾਰਮ ਦਿੱਤਾ ਬੋਲਣ ਲਈ, ਸੋ ਇਹ ਵੀ ਸੰਗਤ ਕਰਕੇ ਹੀ ਹੈ. ਜਸਲੀਨ ਕੌਰ ਜੀ ਨੇ ਮੈਨੂੰ ਪੁੱਛਿਆ ਤੇ ਉਹਦੇ ਪਿੱਛੇ ਮੈਨੂੰ ਪਤਾ ਕਿਹਨੇ ਉਹਨਾਂ ਨੂੰ ਸੁਜੈਸਟ ਕੀਤਾ ਮੇਰੇ ਬਾਰੇ. ਸੋ ਬਹੁਤ ਬਹੁਤ ਧੰਨਵਾਦ ਸਭ ਦਾ, ਜਿਹੜੇ ਵੀ ਸੁਣ ਰਹੇ ਨੇ ਤੇ ਜਿਨ੍ਹਾਂ ਨੇ ਵੀ ਮੌਕਾ ਦਿੱਤਾ ਮੈਨੂੰ. ਪਹਿਲਾਂ ਤੋਂ ਤਾਂ ਨਹੀਂ ਸੀ, ਜਿਵੇਂ ਕਹਿ ਲਈਏ ਕਿ ਥੋੜੀ ਦੇਰ ਹੀ ਹੋਈ ਹੈ. ਜਿਵੇਂ ਸਕੂਲ ਟਾਈਮ ਏਦਾਂ ਸੀ ਕਿ ਸਟੱਡੀ ਜ਼ਿਆਦਾ ਇੰਪੋਰਟੈਂਟ ਸੀਗੀ, ਤਾਂ ਕਰਕੇ ਇਸ ਵੱਲ ਜ਼ਿਆਦਾ ਨਹੀਂ ਹੋ ਪਾਏ. ਪਰ ਜਦ ਮੈਂ ਆਪਣੀ ਕਾਲਜ ਸਟੱਡੀਜ਼ ਕੰਪਲੀਟ ਕਰ ਲਈਆਂ ਸੀਗੀਆਂ ਤੇ ਫਿਰ ਇਹੀ ਦੇਖਿਆ ਲੋਕਾਂ ਨੂੰ ਕਿ ਹਾਂ ਸਾਰੇ ਇੰਸਟਾਗ੍ਰਾਮ ਤੇ ਅਕਾਊਂਟ ਬਣਾਉਂਦੇ ਨੇ ਤੇ ਕਿਉਂ ਨਾ ਮੈਂ ਵੀ ਬਣਾਵਾਂ ਤੇ ਮੇ ਬੀ ਸਮਥਿੰਗ ਵਿਲ ਹੈਪਨ. ਤੇ ਕੁਛ ਤਾਂ ਹੋਇਆ ਹੀ ਹੈ, ਪਰ ਚਲੋ ਇਹੀ ਹੈ ਕਿ ਇੰਸਪੀਰੇਸ਼ਨ ਤਾਂ ਹੁਣ ਕਾਫੀ ਜਗ੍ਹਾ ਤੋਂ ਆਉਂਦੀ ਹੈ, ਇੱਕੋ ਹੀ ਚੀਜ਼ ਨਹੀਂ ਹੈ. ਤੇ ਜਿੱਦਾਂ ਮੈਂ ਹੁਣ ਕਹਿ ਲਓ ਨਾ, ਕੋਈ ਚੀਜ਼ ਸਿੱਖਣੀ ਹੈ ਤੇ ਫਿਰ ਕਾਫੀ ਚੀਜ਼ਾਂ ਕਰਕੇ ਬੰਦਾ ਸਿੱਖਦਾ, ਉਹ ਚੀਜ਼ ਉੱਧਰ ਆਉਂਦੀ ਹੈ, ਉੱਧਰ ਪਹੁੰਚਦੇ ਆਪਾਂ. ਤੇ ਫਿਰ ਪਹਿਲਾਂ ਮੈਂ ਤਾਂ ਜਿਵੇਂ ਤੁਸੀਂ ਜੇ ਸੁਣਿਆ ਹੋਵੇ ਬੁੱਧਿਜ਼ਮ ਵਿੱਚ ਇੱਕ ਮੰਡਲਾਸ ਹੁੰਦੇ ਨੇ, ਤੇ ਪਹਿਲਾਂ ਮੈਂ ਉਹ ਕਾਫੀ ਬਣਾਏ ਤੇ ਉਹਦੇ ਬਾਅਦ ਫਿਰ ਵਾਟਰ ਕਲਰਸ ਵਿੱਚ ਆ ਗਿਆ ਸੀ. ਤੇ ਵਾਟਰ ਕਲਰਸ ਤੋਂ ਬਾਅਦ ਫਿਰ ਇੱਕ ਵਾਰੀ ਗੱਲ ਏਦਾਂ ਹੋਈ ਹੈ, ਜਿਵੇਂ ਮੈਂ ਹੁਣ ਤੁਸੀਂ ਦੇਖਦੇ ਹੋਗੇ ਕਿ ਸਪੈਸੀਫਿਕਲੀ ਮੇਰੀ ਜਿਹੜੀ ਪੇਂਟਿੰਗਸ ਨੇ ਹੁਣ ਉਹ ਪਹਾੜੀ ਪੇਂਟਿੰਗਸ ਨੇ, ਜਾਂ ਫਿਰ ਜਿਹੜੇ ਮਿਊਰਲਸ ਹੁੰਦੇ ਨੇ ਦਰਬਾਰ ਸਾਹਿਬ, ਉਹ ਮੈਂ ਕਰਦੀ ਹਾਂ ਪੇਂਟ. ਤੇ ਸਭ ਤੋਂ ਪਹਿਲਾਂ ਹੀ ਮੈਨੂੰ ਐਕਚੁਅਲੀ ਜਿਨ੍ਹਾਂ ਨੇ ਪੁੱਛਿਆ ਸੀ ਜਾਂ ਮੈਨੂੰ
ਸੁਜੈਸਟ ਕੀਤਾ ਸੀ ਕਿ ਮੈਨੂੰ ਆਹ ਪੇਂਟਿੰਗ ਬਣਾਉਣੀ ਚਾਹੀਦੀ ਆ। ਉਹ ਭਾਈ ਨਵਜੋਤ ਸਿੰਘ ਜੀ ਸੀਗੇ। ਇੰਸਟਾਗ੍ਰਾਮ ਤੋਂ ਹੀ ਮੈਨੂੰ ਉਹਨਾਂ ਨੇ ਫੋਟੋ ਦਿਖਾਈ ਭਾਈ ਬਚਿੱਤਰ ਸਿੰਘ ਜੀ, ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦੀ, ਤੇ ਜਿਹੜੀ ਬਾਬਾ ਅਟਲ ਰਾਏ ਗੁਰਦੁਆਰੇ ਵੀ ਹੈਗਾ ਹੈ ਉਹ ਮਿਊਰਲ। ਤੇ ਉਹ ਮੈਂ ਦੇਖਿਆ ਤੇ ਫਿਰ ਮੈਂ ਜਦੋਂ ਪੇਂਟਿੰਗਸ ਦੇਖੀਆਂ, ਮੈਂ ਕਦੇ ਐਕਚੁਅਲੀ ਗਈ ਵੀ ਨਹੀਂ, ਮੈਨੂੰ ਪਤਾ ਵੀ ਨਹੀਂ ਸੀ। ਸੋ ਕਾਫੀ ਸੰਗਤ ਦਾ ਹੀ ਕਹਿ ਲਓ ਸਹਾਰਾ ਸੀ ਜਿਹੜਾ ਕਿ ਮੈਨੂੰ ਇੱਥੇ ਤੱਕ ਪਹੁੰਚਾਇਆ। ਪਰ ਉਹਨਾਂ ਨੇ ਮੈਨੂੰ ਪੇਂਟਿੰਗ ਬਾਰੇ ਕਿਹਾ ਕਿ ਹਾਂਜੀ ਤੁਸੀਂ ਇਹ ਪੇਂਟਿੰਗ ਕਰ ਸਕਦੇ ਆ। ਤੇ ਫਿਰ ਮੈਂ ਉਹ ਚੀਜ਼ ਵੈਸੇ ਉਸ ਟਾਈਮ ਪਤਾ ਨਹੀਂ ਸੀ ਕਰ ਸਕਦੇ ਕਿ ਨਹੀਂ, ਪਰ ਮੈਨੂੰ ਕੁਝ ਪਤਾ ਵੀ ਨਹੀਂ ਸੀ ਖਾਸ ਕਿ ਪੇਂਟਿੰਗਸ ਹੈ ਕਿਹੜੀਆਂ ਨੇ, ਜਿਵੇਂ ਕਿਉਂਕਿ ਦੇ ਵਰ ਟੋਟਲੀ ਡਿਫਰੈਂਟ। ਮਤਲਬ ਕਈ ਲੋਕਾਂ ਨੂੰ ਵੈਸੇ ਉਹ ਦੇਖ ਕੇ ਲੱਗਦਾ ਕਿ ਉਹ ਚਾਈਲਡ ਲਾਈਕ ਨੇ, ਬਟ ਦੇ ਆਰ ਨਾਟ। ਬਟ ਮਤਲਬ ਹਰ ਇੱਕ ਕੋਈ ਨਹੀਂ ਪਸੰਦ ਕਰਦਾ। ਸੋ ਥੋੜੀ ਮੇਰੇ ਲਈ ਕਾਫੀ ਸੀਗਾ ਇੱਕ ਕਹਿਣਾ ਨਾ ਕੀ ਕਹੀਏ, ਮੈਂ ਕਦੇ ਕੀਤਾ ਨਹੀਂ ਸੀ ਐਕਚੁਅਲੀ ਉਹ ਚੀਜ਼ ਟਰਾਈ। ਸੋ ਮੇਰੇ ਲਈ ਹੋਈ ਸੀ ਕਿ ਹਾਂ, ਸ਼ੁਰੂਆਤ ਉੱਥੋਂ ਹੀ ਹੋਈ ਸੀ, ਭਾਈ ਬਚਿੱਤਰ ਸਿੰਘ ਜੀ ਦੀ ਪੇਂਟਿੰਗ ਤੋਂ ਸ਼ੁਰੂ ਹੋਈ ਸੀ। ਉਸ ਤੋਂ ਪਹਿਲਾਂ ਤੇ ਮੈਂ ਵਾਟਰ ਕਲਰਸ ਹੀ ਕੀਤੇ ਨੇ, ਕਿਉਂਕਿ ਸਾਡੇ ਜਿੱਦਾਂ ਮੈਂ ਹੁਣ ਸਿੱਖ ਸਕੂਲ ਵਿੱਚ ਪੜ੍ਹੀ ਹਾਂ, ਤੇ ਉੱਥੇ ਸਾਨੂੰ ਜਿਵੇਂ ਇੱਕ ਸਬਜੈਕਟ ਹੁੰਦਾ ਸੀ ਡਿਵਿਨਿਟੀ, ਤੇ ਉਹਦੇ ਵਿੱਚ ਸਾਨੂੰ ਕਹਿ ਲਓ ਕਿ ਸਿੱਖੀ ਬਾਰੇ ਪਤਾ ਲੱਗਦਾ ਸੀ, ਸਾਡੇ ਗੁਰੂਆਂ ਬਾਰੇ ਪਤਾ ਲੱਗਦਾ ਸੀ, ਪਰ ਉਹ ਵੀ ਇੰਨੀ ਡੈਪਥ ਵਿੱਚ ਨਹੀਂ ਹੁੰਦਾ ਸੀ। ਸੋ ਸਾਨੂੰ ਉਹ ਕਿਤਾਬਾਂ ਮਿਲਦੀਆਂ ਹੁੰਦੀਆਂ ਸੀ, ਤਾਂ ਉਹ ਕਿਤਾਬਾਂ ਵਿੱਚ ਪੇਂਟਿੰਗਸ ਹੁੰਦੀਆਂ ਸੀਗੀਆਂ। ਤੇ ਜ਼ਿਆਦਾਤਰ ਪੇਂਟਿੰਗਸ ਤੁਹਾਨੂੰ ਪਤਾ ਹੀ ਹੈ ਭਾਈ ਸੋਭਾ ਸਿੰਘ, ਭਾਈ ਅਮੋਲਕ ਸਿੰਘ, ਇਹਨਾਂ ਦੀਆਂ ਪੇਂਟਿੰਗਸ ਹੁੰਦੀਆਂ ਸੀਗੀਆਂ, ਤੇ ਉਹ ਸੰਭਾਲ ਕੇ ਰੱਖਣੀਆਂ। ਫਿਰ ਹੁਣ ਜਦ ਮੈਂ ਦੁਬਾਰਾ ਸ਼ੁਰੂ ਕੀਤੀ, ਉਸ ਟਾਈਮ ਇੰਨਾ ਨਹੀਂ ਅਸੀਂ ਗੌਰ ਕਰਦੇ ਹੁੰਦੇ ਸੀਗੇ ਸਕੂਲੇ ਕਿ ਹਾਂਜੀ ਇੰਨਾ ਨਹੀਂ ਸੀਗਾ ਰੁਝਾਓ ਸਿੱਖੀ 'ਚ। ਇਹ ਵੀ ਬਾਅਦ ਵਿੱਚ ਹੀ ਬਣਿਆ, ਵੀ ਇੰਸਟਾਗ੍ਰਾਮ ਦੀ ਸੰਗਤ ਕਰਕੇ ਮੈਂ ਫਿਰ ਦੁਬਾਰਾ ਇੰਸਟਾਗ੍ਰਾਮ ਦੀ ਸੰਗਤ, ਕਿਉਂਕਿ ਕਾਫੀ ਸਪੋਰਟ ਸੀ ਤੇ ਕਾਫੀ ਕੁਛ ਪਤਾ ਲੱਗਾ ਸਿੱਖੀ ਬਾਰੇ। ਤੇ ਫਿਰ ਉੱਥੋਂ ਜਿਵੇਂ ਕਿਤਾਬਾਂ ਕੀਤੀਆਂ ਹੋਈਆਂ ਸੀਗੀਆਂ, ਰੱਖੀਆਂ ਹੋਈਆਂ ਸੀਗੀਆਂ ਸਾਂਭ ਕੇ, ਤੇ ਫਿਰ ਉਹਦੇ ਵਿੱਚ ਜਿਹੜੀਆਂ ਪੇਂਟਿੰਗ ਸੀਗੀਆਂ ਉਹ ਕੀਤੀਆਂ ਪਹਿਲੇ ਪ੍ਰੈਕਟਿਸ ਵਾਟਰ ਕਲਰਸ ਵਿੱਚ। ਤੇ ਉਹਦੇ ਬਾਅਦ ਫਿਰ ਅਸੀਂ ਜਦ ਬਾਬਾ ਅਟਲ ਰਾਏ ਗੁਰਦੁਆਰੇ ਦੇ ਦੇਖੇ ਸੀਗੇ ਫਰੈਸਕੋਸ, ਤੇ ਉਹਦੇ ਨਾਲ ਕਾਫੀ ਇੰਸਪੀਰੇਸ਼ਨ ਮਿਲੀ। ਕਾਫੀ ਮਤਲਬ ਮੈਨੂੰ ਮੈਂ ਐਕਚੁਅਲੀ ਉਹ ਪੇਂਟਿੰਗਸ ਇਸ ਲਈ ਕਰਦੀ ਹਾਂ ਕਿਉਂਕਿ ਇੱਕ ਤਾਂ ਅੱਜ ਕੱਲ੍ਹ ਤੁਸੀਂ ਜਿਹੜੀ ਦੇਖਦੇ ਹੋ ਕਿ ਸਾਡੇ ਕਾਰ ਸੇਵਾ ਵਾਲੇ ਨੇ, ਉਹ ਕੀ ਕਰਦੇ ਨੇ ਕਿ ਜਿਹੜੀਆਂ ਪੁਰਾਤਨ ਚੀਜ਼ਾਂ ਨੇ ਉਹਨਾਂ ਨੂੰ ਮਾਡਰਨ ਕਰਨਾ ਚਾਹ ਰਹੇ ਨੇ, ਜਦ ਕਿ ਜਿਹੜੀ ਪੁਰਾਤਨ ਚੀਜ਼ ਆ ਉਹਦੀ ਕਿਤੇ ਹੀ ਵੈਲਿਊ ਹੁੰਦੀ ਹੈ ਮਾਡਰਨ ਨਾਲੋਂ। ਤੇ ਹੁਣ ਤੁਸੀਂ ਪੇਂਟਿੰਗਸ ਦੇਖੋਗੇ ਉਹਨਾਂ ਨੇ ਰੀਸਟੋਰ ਵੀ ਕੀਤੀਆਂ ਨੇ, ਤਾਂ ਪਰ ਉਹ ਚੀਜ਼ ਨਹੀਂ ਹੈ। ਤੇ ਉਹ ਕਾਫੀ ਨੁਕਸਾਨ ਹੋ ਰਿਹਾ, ਜਿੱਦਾਂ ਸਾਡਾ ਇੱਕ ਹੈ ਨਾ, ਕਹਿ ਲਓ ਕਿ ਜਿਹੜੀ ਪੁਰਾਤਨ ਪੇਂਟਿੰਗਸ ਨੇ, ਹੁਣ ਅੱਗੇ ਦੀ ਜਿਹੜੀ ਜਨਰੇਸ਼ਨ ਹੋਏਗੀ, ਜਿੱਦਾਂ ਇਹ ਹਰ ਇੱਕ ਗੁਰਦੁਆਰੇ ਵਿੱਚ ਮਾਡਰਨਾਈਜ਼ ਕਰ ਰਹੇ ਨੇ ਹਰ ਇੱਕ ਚੀਜ਼ਾਂ, ਮਤਲਬ ਇੱਕੋ ਜਿਹੀਆਂ ਹੀ ਪ੍ਰੈਜ਼ੈਂਟ ਕਰਦੇ ਨੇ, ਤੇ ਜਿਹੜੀ ਬਿਲਡਿੰਗ ਪੁਰਾਣੀ ਹੁੰਦੀ ਹੈ ਉਸਨੂੰ ਉਸ ਤਰੀਕੇ ਨਾਲ ਰੱਖਦੇ ਨਹੀਂ, ਪ੍ਰੀਜ਼ਰਵ ਨਹੀਂ ਕਰਦੇ। ਤਾਂ ਫਿਰ ਮੈਨੂੰ ਸੀਗਾ ਕਿ ਹਾਂ, ਕਿ ਕਿਉਂ ਨਾ ਇੱਕ ਤਾਂ ਸਿੱਖ ਵੀ ਲੈਂਦੇ ਹਾਂ, ਤੇ ਫਿਰ ਟਰਾਈ ਵੀ ਕਰ ਲੈਂਦੇ, ਕਿਉਂਕਿ ਇੰਸਪੀਰੇਸ਼ਨ ਤਾਂ ਲੈਣੀ ਹੀ ਹੁੰਦੀ ਹੈ। ਤੇ ਫਿਰ ਤਾਂ ਕਰਕੇ ਉੱਥੋਂ ਫਿਰ ਮੈਂ ਸਭ ਤੋਂ ਪਹਿਲਾਂ ਭਾਈ ਬਚਿੱਤਰ ਸਿੰਘ ਜੀ ਦੀ ਪੇਂਟਿੰਗ ਸ਼ੁਰੂ ਕੀਤੀ ਸੀ, ਤੇ ਅੱਗੇ ਫਿਰ ਤਾਂ ਅਸੀਂ ਹੋਰ ਵੱਧ ਰਹੇ ਹਾਂ। ਹਾਂਜੀ, ਬਹੁਤ 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 ਵਧੀਆ। ਤੇ ਇਟਸ ਜਸਟ ਸੋ ਨਾਈਸ ਟੂ ਹੀਅਰ ਹੈ ਨਾ, that ਜਿਹੜੇ ਹੈਗੇ ਪੇਂਟਿੰਗਸ ਹੈਗੇ ਨੇ, it's you take inspiration from these Mahan Gursikhs and our Puratan connection with painting and art. ਤੇ in your paintings, Banji, what do you try to represent? What's your main sort of focus or aim or goal when you draw, or is it just something you see and you have this artistic vision and you put on paper, or is it something you're trying to build a platform to represent something, or what's the main aim here? ਏਮ ਤੇ ਇਹ ਹੈ ਕਿ ਇੱਕ ਜੀਵਨ ਦਾ ਕਹਿ ਲਓ ਆਸਾਰ ਹੈ ਮੇਰਾ, ਇੱਕ ਪੇਂਟਿੰਗ ਕਰਨਾ, ਆਰਟ ਕਰਨਾ। ਜਿਵੇਂ ਅਸੀਂ ਕਹਿੰਦੇ ਹਾਂ ਕਿ ਆਪਾਂ ਜਦ ਨਾਮ ਜਪਣਾ ਤੇ ਅਸੀਂ ਵਕਤ ਨਹੀਂ ਦੇਖਣਾ, ਅਸੀਂ ਬਸ ਨਾਮ ਜਪਣਾ ਹੈ ਨਾ। ਤੇ ਫਿਰ ਮੇਰੇ ਲਈ ਇਹ ਵੀ ਨਹੀਂ ਹੈ ਕਿ ਹਾਂ ਮੈਨੂੰ ਇਸ ਪੇਂਟਿੰਗ ਵਿੱਚ, ਹਰ ਇੱਕ ਪੇਂਟਿੰਗ ਦੇ ਨਾਲ ਅਲੱਗ ਹੀ ਕਨੈਕਸ਼ਨ ਹੁੰਦਾ ਐਕਚੁਅਲੀ। ਹੁਣ ਉਹ ਮੈਂ ਬੜਾ ਹੀ ਪਤਾ ਨਹੀਂ, ਹੁਣ
ਗੱਲਾਂ ਮਤਲਬ ਇਸ ਤਰੀਕੇ ਨਾਲ ਕਿੱਦਾਂ ਸਮਝਾਵਾਂ ਤੁਹਾਨੂੰ, ਕਿਉਂਕਿ ਅਮ, ਹਰ ਇੱਕ ਪੇਂਟਿੰਗ ਵਿੱਚ ਅਲੱਗ ਡਿਮਾਂਡ ਹੁੰਦੀ ਹੈ ਨਾ, ਮਤਲਬ ਕਿੱਦਾਂ ਦੀ ਇੱਕ ਮੈਂਟਲ ਜਿਹੜੀ ਸਟੇਟ ਹੁੰਦੀ ਕਿੱਦਾਂ ਦੀ ਹੋਣੀ ਚਾਹੀਦੀ ਹੈ। ਸੋ ਸੋ ਉਸ ਤਰੀਕੇ ਨਾਲ ਫਿਰ ਵਕਤ ਵੀ ਮਤਲਬ ਡਿਸਾਈਡ ਹੁੰਦਾ ਕਿ ਕਿੰਨਾ ਲੱਗੂਗਾ। ਪਰ ਜਦ ਮੈਂ ਕਰ ਰਹੀ ਹਾਂ, ਜਦ ਮੈਂ ਇੱਕ ਪੇਂਟਿੰਗ ਸ਼ੁਰੂ ਕੀਤੀ ਹੈ, ਤੇ ਫਿਰ ਮੈਨੂੰ ਇਹ ਹੁੰਦਾ ਕਿ ਮੈਂ ਜਿਹੜੀ ਚੀਜ਼ ਕਰ ਰਹੀ ਹਾਂ ਉਹ ਇੱਕਦਮ ਬਿਲਕੁਲ ਫੋਕਸਡ ਹੋ ਕੇ ਕਰਾਂ, ਤੇ ਨਾਲ ਜਿਵੇਂ ਆਪਣਾ ਕੀਰਤਨ ਲਗਾ ਲਈਦਾ ਆ ਨਾ, ਮਤਲਬ ਪੂਰਾ ਉਹਦੇ ਵਿੱਚ ਉਸ ਤਰੀਕੇ ਦਾ ਮਾਹੌਲ ਬਣਾਉਣਾ। ਤੇ ਪੇਂਟਿੰਗਸ ਵਿੱਚ ਖਾਸ ਕਰ ਇਦਾਂ ਹੈ ਕਿ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਿੰਨਾ ਆਪਣਾ ਅਸਲ ਸਰੂਪ ਮੈਂ, ਕਿਉਂਕਿ ਮੈਂ ਜ਼ਿਆਦਾ ਹੀ ਦੇਖਦੀ ਹਾਂ ਕਿ ਜਿਹੜੀ ਕਾਂਗੜਾ ਸਾਈਡ ਦੀ ਜਿਹੜੀ ਸਾਡੀ ਹੁੰਦੀ ਹੈ ਪਹਾੜੀ ਪੇਂਟਿੰਗਸ, ਉਹ ਸਿੱਖ ਕਹਿ ਲਓ, ਸਪੈਸੀਫਿਕਲੀ ਸਿੱਖ ਦੀ ਹੁੰਦੀ ਹੈ, ਸਿੱਖ ਮੀਨੀਏਚਰ ਆਰਟ। ਸੋ ਜਿਹੜੇ ਅਸਲ ਸਰੂਪ ਹੁੰਦੇ ਨੇ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਹੈਗਾ ਆ, ਅਹ, ਉੱਥੇ ਹੈਗਾ ਨਾ ਆਪਣਾ, ਮੇਰਾ ਨਾਮ ਨਹੀਂ ਯਾਦ ਆ ਰਿਹਾ, ਬਾਬਾ ਅਵਤਾਰ ਸਿੰਘ ਜੀ ਦੇ ਉੱਤਰ, ਤੇ ਉਹ ਵੀ ਮੈਂ ਬਣਾਇਆ ਸੀਗਾ। ਤੇ ਫਿਰ ਮੈਨੂੰ ਐਂ ਹੁੰਦਾ ਕਿ ਜਿੰਨੀ ਰੀਅਲ ਜਿਹੜਾ ਸਰੂਪ ਹੈ ਉਹ ਬਣਾ ਸਕੇ, ਕਿਉਂਕਿ ਫਿਰ ਇਹ ਸਰੂਪ ਜਿਹੜੇ ਨੇ ਪਿੱਛੇ ਰਹਿ ਜਾਂਦੇ ਨੇ, ਇਹਨਾਂ ਦਾ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ। ਸੋ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਕੋਸ਼ਿਸ਼ ਮਤਲਬ ਕਰਾਂ ਉਹਨੂੰ ਰੀਅਲ ਦਿਖਾਉਣ ਨੂੰ, ਕਿ ਹਾਂ ਇਹ ਰੀਅਲ ਸਰੂਪ ਸੀਗੇ, ਕਿ ਹਾਂਜੀ ਇਹ, ਕਿਉਂਕਿ ਮੈਨੂੰ ਵੀ ਹੁਣ ਹੀ ਪਤਾ ਲੱਗ ਰਿਹਾ ਜਦ ਕਰ ਰਹੀ ਹਾਂ ਕਿ ਨਹੀਂ ਤਾਂ ਅਸੀਂ ਤਾਂ ਉਹੀ ਜਿਹੜੀ ਮਾਡਰਨਾਈਜ਼ਡ ਪੇਂਟਿੰਗਸ ਹੁੰਦੀਆਂ ਨੇ ਅਸੀਂ ਦੇਖੀਆਂ ਹੋਈਆਂ, ਜਿਹੜੀ ਉਹ ਵੀ ਇਮੈਜੀਨੇਟਿਵ ਹੁੰਦੀਆਂ ਨੇ ਖੈਰ, ਪਰ ਜਿਹੜੇ ਸਰੂਪ ਹੁਣ ਕਹਿ ਲਓ ਕਿ ਪਏ ਨੇ, ਜਿਹੜੇ ਗੁਰੂ ਸਾਹਿਬ ਦੇ ਟਾਈਮ ਜਿਹਨਾਂ ਨੇ ਬਣਾਏ ਹੋਣੇ ਆ, ਉਹ ਫਿਰ ਉਹ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਨੇ। ਤੇ ਉਹ ਤਾਂ ਕਰਕੇ ਬਸ ਇਹੀ ਸੀ ਕਿ ਜਿੰਨਾ ਕੋਸ਼ਿਸ਼ ਕਰੀਏ ਉਹਨਾਂ ਮੈਂ ਦਿਖਾਵਾਂ ਕਿ ਹਾਂ ਰੀਅਲ ਮਤਲਬ ਸਰੂਪ ਹੋਵੇ, ਕਿ ਹਾਂ ਇਹ ਗੁਰੂ ਸਾਹਿਬ ਦੀ ਹੈਗੀ ਹੈ ਰੀਅਲ। ਮੈਂ ਆਪਣਾ ਕੋਈ ਨਹੀਂ ਜਿਵੇਂ ਪਾਉਣਾ ਚਾਹੁੰਦੀ, ਜਿਵੇਂ ਕਹਿ ਲਓ ਕਿ ਅਮ, ਆਪਣੀ ਕੋਈ ਇਮੈਜੀਨੇਟਿਵ ਸ਼ਕਲ, ਮਤਲਬ ਕੁਝ ਫੇਸ ਬਣਾਉਣਾ, ਉਹ ਤਾਂ ਨਹੀਂ। ਜੀ। ਹਮ। ਤੇ how you touched upon, you listen to Kirtan when you do your paintings and things like that, and ਅੱਜ ਕੱਲ ਮਾਈਂਡਸੈਟ ਦੀ ਗੱਲ ਹੁੰਦੀ ਹੈ, ਤੇ ਮੈਂਟਲ ਹੈਲਥ ਐਂਡ ਮਾਈਂਡਸੈਟ ਐਂਡ ਪੇਂਟਿੰਗ ਐਂਡ ਆਰਟ ਫਾਰਮ, ਐਂਡ ਹਾਂਜੀ। ਕਈਆਂ ਨੂੰ ਬਹੁਤ ਮਤਲਬ ਮਦਦ ਮਿਲਦੀ ਹੈ, ਥੈਰੇਪੀ ਟਾਈਪ ਆਫ ਆਰਟ ਥੈਰੇਪੀ ਹੈ ਹਨਾ, ਤੁਸੀਂ ਹਮ ਡਰਾਇੰਗ ਹਮ ਕਰਨੀ ਹਮ ਹੈ। How ਹਮ important is that to you, and having that mindset when you draw, and how does it help you in your daily life? ਮੈਨੂੰ ਮੇਰੀ ਆਰਟ ਨੇ ਹਮੇਸ਼ਾ ਹੈਲਪ ਕੀਤਾ। ਐਕਚੁਅਲੀ ਮੈਂ ਜਦ ਵੀ ਕਹਿ ਲਓ ਜ਼ਿੰਦਗੀ ਵਿੱਚ ਕੋਈ ਵੀ ਏਦਾਂ ਦੇ ਚੈਲੰਜਸ ਆਏ ਨੇ, ਤੇ ਕਹਿ ਲਓ ਕਿ ਇੱਕ ਕਹਿੰਦੇ ਨਾ ਕਿ ਗੁਰੂ ਸਾਹਿਬ ਜਦ ਅਸੀਂ ਕਹਿ ਲਓ ਨਾ ਇਕੱਲਾ ਮਹਿਸੂਸ ਕਰਦੇ ਹਾਂ, ਵੈਸੇ ਤਾਂ ਇਹ ਜਿਹੜੀ ਜੀਵਨ ਹੈ ਸਾਡਾ, ਅਸੀਂ ਇਕੱਲੇ ਹੀ ਆ, ਇਕੱਲੇ ਹੀ ਤੈਅ ਕਰਨਾ ਹੈ, ਪਰ ਇੱਕ ਗੁਰੂ ਸਾਹਿਬ ਜੀ ਨਾਲ ਤੇ ਅਸੀਂ ਆਸਰਾ ਰੱਖ ਸਕਦੇ ਹਾਂ। ਸੋ ਮੇਰੇ ਲਈ ਆਰਟ ਉਦਾਂ ਹੀ ਆ, ਤੇ ਸੰਗੀਤ ਵੀ ਉਦਾਂ ਹੀ, ਕਿਉਂਕਿ ਜਿਵੇਂ ਮੈਂ ਆਰਟ ਕੀਤੀ ਸ਼ੁਰੂ, ਤੇ ਫਿਰ ਮੈਂ ਨਾਲ ਦੀ ਨਾਲ ਸੰਗੀਤ ਵੀ ਸ਼ੁਰੂ ਕਰਤਾ ਸੀ। ਤੇ ਹੁਣ ਵੈਸੇ ਤਾਂ ਥੋੜਾ ਬਹੁਤ ਗਿਆਨ ਸੰਗੀਤ ਦਾ ਵੀ ਲੈ ਰਹੇ ਹਾਂ, ਜਿੰਨਾ ਕੁ ਹੋ ਸਕਦਾ, ਪਰ ਟਰਾਈ ਕਰ ਰਹੇ ਹਾਂ ਕਿ ਦੋਨੋਂ ਚੀਜ਼ਾਂ ਵਿੱਚ ਤੁਰ ਸਕੀਏ ਨਾਲ ਦੀ ਨਾਲ। ਪਰ ਇਹ ਹੈ ਕਿ ਬਹੁਤ ਬਹੁਤ ਮਤਲਬ ਮਦਦ ਮਿਲਦੀ ਹੈ ਜਦ ਅਸੀਂ ਇੱਦਾਂ ਦੀ ਕੋਈ ਸਿਚੁਏਸ਼ਨਸ ਤੋਂ ਜਾ ਰਹੇ ਹਾਂ, ਤੇ ਆਈ ਥਿੰਕ ਇਟਸ ਮੋਰ ਹੈਲਪਫੁਲ ਬਿਕੋਜ਼ ਮੈਂ ਪ੍ਰੋਡਕਟਿਵ ਹੁੰਦੀ ਹਾਂ। ਮੈਂ rather than thinking about things ਕਿ ਮੇਰੇ ਨਾਲ ਆਹ ਹੋ ਗਿਆ ਜਾਂ ਉਹ ਹੋ ਗਿਆ, ਆਈ ਡਾਇਵਰਟ ਮਾਈ ਮਾਈਂਡ, ਐਂਡ ਮੈਂ ਫਿਰ ਉਹਦੇ ਵਿੱਚ ਹੋਰ ਕਹਿ ਲਓ ਕਿ ਧਿਆਨ ਲਗਾਉਂਦੀ ਹਾਂ। ਮਤਲਬ ਕਹਿ ਲਓ ਕਿ ਕੋਈ ਚੀਜ਼ ਹੈ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ, ਪਰ ਤੁਸੀਂ ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਜ਼ਿੰਦਗੀ ਵਿੱਚ ਕਿ ਤੁਸੀਂ ਜਿੱਥੇ ਧਿਆਨ ਲਗਾ ਸਕੋ, ਤੇ ਕਿ sometimes you have to avoid some things that happens in your life, ਪਰ ਠੀਕ ਹੈ, ਮਤਲਬ ਮੇਰੇ ਲਈ ਤਾਂ ਇਹ ਹੈ ਕਿ ਆਰਟ ਦੇ ਥਰੂ ਮੈਂ ਕਾਫੀ ਕੁਝ ਸਿੱਖੀ ਬਾਰੇ, ਜੀ। ਤੇ ਕਨੈਕਸ਼ਨਸ ਬਹੁਤ ਹੋਏ ਨੇ, ਜਿਵੇਂ ਸੰਗੀਤ ਵਿੱਚ ਵੀ ਬਹੁਤ ਕਨੈਕਸ਼ਨਸ ਆਏ ਨੇ, ਐਸੀ ਗੱਲ। ਹਾਂਜੀ, ਤੇ ਇੱਕ ਆਰਟ ਮਤਲਬ ਇੱਕ ਸਹਾਰਾ ਹੈ, ਤੁਸੀਂ ਕਹਿ ਸਕਦੇ ਹੋ, ਬਹੁਤ ਵੱਡਾ ਇੱਕ ਸਹਾਰਾ ਹੈਗਾ ਆਪ ਜੀ ਲਈ। ਹਾਂਜੀ ਤੇ ਹਾਂਜੀ ਹਾਂਜੀ। ਉਹ ਉਸੇ ਥੀਮ ਰਾਹੀਂ ਅਸੀਂ ਕੁਐਸਚਨ ਪੁੱਛਣਾ ਸੀ, ਜੇ ਕੋਈ ਆਬਸਟੀਕਲ ਜਾਂ ਕੋਈ ਬੈਰੀਅਰ ਤੁਹਾਡੇ ਕੋਲ ਹੈਗਾ, ਕੋਈ ਆਰਟ ਵਿੱਚ ਕੋਈ ਆਇਆ ਹੋਇਆ, ਜਾਂ ਤੁਸੀਂ ਕੋਈ ਸ਼ੁਰੂ ਕੀਤਾ, ਕੋਈ ਆਬਸਟੀਕਲ ਹੋਵੇ
ਜਾਂ ਕੋਈ ਜਾਂ ਸਿਰਫ ਚੰਗੀ ਸਪੋਰਟ ਹੀ ਮਿਲੇ ਜਾਂ I mean, how do you feel when you're going on this journey? Is there any barrier or any has there been any sort of negative effect since you started your journey on art? ਹਾਂਜੀ ਮਤਲਬ ਹਰ ਸਮੇਂ ਵੀ ਇੱਕ ਚੀਜ਼ ਕਹਿ ਲਓ ਨਾ ਇੱਕ ਤਰੀਕੇ ਨਾਲ ਨਹੀਂ ਚੱਲਦੀ। ਸੋ ਜਿਵੇਂ ਸਪੋਰਟ ਦੀ ਗੱਲ ਕਰੀਏ ਤੇ ਫਿਰ ਖ਼ਾਸ ਕੋਈ ਸਪੋਰਟ ਸੀ ਨਹੀਂ ਪੇਰੈਂਟਸ ਵੱਲੋਂ ਤੇ ਮੈਂ ਕਾਫ਼ੀ ਜਿਵੇਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਹਾਂ ਨਹੀਂ ਇਹ ਵੀ ਇੱਕ ਪ੍ਰੋਫੈਸ਼ਨ ਹੁੰਦਾ ਹੈ ਕਿ ਇਹਦੇ ਵਿੱਚ ਐਸੀ ਗੱਲ ਨਹੀਂ ਕਿ ਸਾਡੇ ਲਈ ਸਾਡੇ ਪੇਰੈਂਟਸ ਲਈ ਇੰਜੀਨੀਅਰਿੰਗ ਜਾਂ ਫਿਰ ਡਾਕਟਰ ਬਣਨਾ ਇਹ ਸਭ ਚੀਜ਼ਾਂ ਉਹਨਾਂ ਲਈ ਹੁੰਦੀਆਂ ਨੇ ਕਿ ਹਾਂ ਨਹੀਂ ਜੀ ਤੇ ਇੱਕ ਮੇਰੇ ਘਰ ਵਿੱਚ ਵੈਸੇ ਕੋਈ ਐਸੀ ਚੀਜ਼ ਸੀ ਨਹੀਂ ਕਿ ਕੋਈ ਪੇਂਟਿੰਗ ਦੇ ਥਰੂ ਜਾਂ ਕੋਈ ਆਰਟ ਦੇ ਥਰੂ ਅੱਗੇ ਵੱਧ ਰਿਹਾ ਹੋਵੇ ਤੇ ਫਿਰ ਉਹਨਾਂ ਨੂੰ ਜਿਵੇਂ ਨਹੀਂ ਆਉਂਦੀ ਸਮਝ ਉਹ ਚੀਜ਼ ਕਿ ਇਹ ਕੁਛ ਹੋ ਪਾਏਗਾ ਅੱਗੇ ਕੁਛ ਫਿਊਚਰ ਹੈ ਇਹਨੂੰ ਲੈ ਕੇ ਕਿ ਨਹੀਂ so it's only about believing in yourself right when your parents are not believing in you so you have to make the efforts ਬਾਕੀ ਸੰਗਤ ਜਿਹੜੀ ਸੀਗੀ ਇੰਸਟਾਗ੍ਰਾਮ ਦੀ ਮੈਂ ਬਾਰ-ਬਾਰ ਮੈਂਸ਼ਨ ਕਰਾਂਗੀ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਜਿੱਥੇ ਹਾਂ ਮੈਂ ਉੱਥੇ ਹੋਣਾ ਸੀ ਸੰਗਤ ਨੇ ਕਾਫੀ ਸਪੋਰਟ ਕੀਤਾ ਹਮੇਸ਼ਾ ਮਤਲਬ ਹਰ ਵੇਲੇ ਸਪੋਰਟ ਕਰਦੀ ਹੈ ਤੇ ਬੈਰੀਅਰ ਆਈ ਸੀ ਕਿ ਮੇਰੇ ਲਈ ਜਿੱਦਾਂ ਮੇਰੇ ਪੇਰੈਂਟਸ ਨਾ ਐਕਸੈਪਟ ਕਰਨਾ ਇਸ ਚੀਜ਼ ਨੂੰ ਉਹ ਔਖਾ ਸੀ ਤੇ ਪਰ ਇੰਨਾ ਸੀ ਕਿ ਗੁਰੂ ਸਾਹਿਬ ਦੀ ਮਿਹਰ ਸੀ ਕਿ ਕਦੇ ਵੀ ਇੰਸਟਾਗ੍ਰਾਮ ਦੀ ਸੰਗਤ ਵੱਲੋਂ ਕੋਈ ਐਸੀ ਕਮੀ ਨਹੀਂ ਮਹਿਸੂਸ ਹੋਈ ਹਾਂਜੀ ਸੋ ਹਾਂ ਬਿਲਕੁਲ ਤੇ if someone who wants to be an artist and they're facing these kind of issues ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਹੋਇਆ parents or ਹਮ support ਨਹੀਂ ਮਿਲ ਰਹੀ in their family home or environment, what advice would you give to these people, to these upcoming artists? ਅਮ ਸਭ ਤੋਂ ਵੱਡਾ ਇੱਕ ਆਰਟਿਸਟ ਦਾ ਮੈਂ ਕਹੂੰਗੀ ਕਿ ਮੈਨੂੰ ਆਪਣੇ ਆਪ ਵਿੱਚ ਵੀ ਇੱਕ ਏਦਾਂ ਲੱਗਦਾ ਮੈਂ ਆਪਣਾ ਕੰਮ ਦੇਖਾਂਗੀ ਤੇ ਫਿਰ ਲੱਗਦਾ ਕਿ ਇਹਦੇ ਵਿੱਚ ਕੁਝ ਨਹੀਂ ਹੈ ਮੈਨੂੰ ਤਾਂ ਲੱਗਦਾ ਕਿੰਨੀ ਕਮੀਆਂ ਮੈਨੂੰ ਕਮੀਆਂ ਦਿਸਦੀਆਂ ਐਕਚੁਅਲੀ ਤੇ ਫਿਰ ਅਸੀਂ ਜਦ ਚਲੋ ਇੱਕ ਤਾਂ ਇਹ ਪੁਆਇੰਟ ਹੋ ਗਿਆ ਕਿ ਜਦ ਸਾਡੇ ਪੇਰੈਂਟਸ ਨਹੀਂ ਸਮਝਦੇ ਕਿ ਹਾਂ ਅਸੀਂ ਇਹ ਫੀਲਡ 'ਚ ਜਾਣਾ ਚਾਹੁੰਦੇ ਹਾਂ ਤੇ ਅੱਗੇ ਐਕਸਪਲੋਰ ਕਰਨਾ ਚਾਹ ਰਹੇ ਹਾਂ ਤੇ ਗੱਲ ਹੈ ਕਿ ਪੇਰੈਂਟਸ ਨੂੰ ਅਸੀਂ ਕਿਸੇ ਨੂੰ ਨਹੀਂ ਸਮਝਾ ਸਕਦੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਸਾਡੇ ਲਈ ਕਿੰਨਾ ਇੰਪੋਰਟੈਂਟ ਹੈ ਜਾਂ ਸਾਨੂੰ ਕਹਿ ਲਓ ਕਿ ਸਾਡਾ ਕਿੰਨਾ ਦਿਲ ਲੱਗਦਾ ਕੋਈ ਚੀਜ਼ ਕਰਨ ਲੱਗੇ ਤੇ ਸਾਨੂੰ ਬਸ ਉਹ ਚੀਜ਼ ਲਾਈਕ ਕਰਨੀ ਪੈਂਦੀ ਹੈ ਕਿਉਂਕਿ ਸਾਨੂੰ ਕਰਨਾ ਪੈਣਾ ਹੈ ਕਿਸੇ ਨੂੰ ਪ੍ਰੂਵ ਵੀ ਨਹੀਂ ਕਰਨਾ ਖੈਰ ਪਰ ਇਹ ਕਿ ਅਗਲੇ ਨੂੰ ਜੇ ਨਹੀਂ ਸਮਝ ਆ ਰਹੀ ਤਾਂ ਫਿਰ ਤੁਹਾਨੂੰ ਕਰਕੇ ਦਿਖਾਉਣਾ ਪੈਂਦਾ ਹੈ ਸੋ ਬਾਕੀ ਇਹ ਪੁਆਇੰਟ ਤਾਂ ਬਹੁਤ ਹੀ ਕਹਿ ਲਓ ਮੁਸ਼ਕਿਲ ਹੈ ਕਿਸੇ ਨੂੰ ਸਮਝਾਉਣਾ ਬਟ ਇੱਕ ਹੀ ਚੀਜ਼ ਹੈ ਕਿ ਤੁਸੀਂ ਸਪੋਰਟ ਲੱਭੋ ਆਪਣਾ ਕਿ ਕੋਈ ਫਰੈਂਡ ਹੈ ਜਾਂ ਫਿਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸੰਗਤ ਸੀਗੀ ਸਪੋਰਟ ਕਰਨ ਲਈ ਇਸ ਵਿੱਚ ਜਿੱਦਾਂ ਅਗਰ ਕਿਸੇ ਦਾ ਸਪੋਰਟ ਮਿਲ ਜਾਵੇ ਤੇ ਫਿਰ ਅਗਰ ਚਲੋ ਪੇਰੈਂਟਸ ਦਾ ਨਹੀਂ ਹੋ ਕੇ ਕਿਸੇ ਹੋਰ ਦਾ ਤਾਂ ਫਿਰ ਅੱਗੇ ਤੁਸੀਂ ਵੱਧ ਸਕਦੇ ਹੋ ਨੋ ਡਾਊਟ ਪਰ ਤੁਸੀਂ ਇਹ ਕਿ ਆਪਣੀ ਜਰਨੀ ਕੰਟੀਨਿਊ ਰੱਖਣੀ ਹੈ ਇਹ ਨਹੀਂ ਕਿ ਤੁਸੀਂ ਸੋਚੋ ਕਿ ਇਹ ਚੀਜ਼ ਸਹੀ ਨਹੀਂ ਬਣ ਰਹੀ ਤੇ ਬਸ ਹੁਣ ਆਈ ਕੈਨੋਟ ਡਰਾ ਔਰ ਆਈ ਕੈਨੋਟ ਪੇਂਟ ਤੇ ਉਹ ਚੀਜ਼ਾਂ ਦਾ ਮਤਲਬ ਧਿਆਨ ਰੱਖਣਾ ਪੈਂਦਾ ਕਿ ਤੁਸੀਂ ਯੂ ਹੈਵ ਟੂ ਬੀ ਕੰਸਿਸਟੈਂਟ ਇਨ ਵਾਟ ਯੂ ਡੂਇੰਗ ਤੇ ਯੈਸ ਆਈ ਮੀਨ ਮੈਨੂੰ ਲੱਗਦਾ ਕਿ ਮੇਰਾ ਸਭ ਤੋਂ ਵੱਡਾ ਸਾਥ ਤੇ ਇੰਸਟਾਗ੍ਰਾਮ ਦੀ ਸੰਗਤ ਹੀ ਸੀਗੀ ਜੀ ਤੇ ਹਾਂਜੀ ਤੇ ਮੈਨੂੰ ਕਿਸੇ ਹੋਰ ਤੋਂ ਸਪੋਰਟ ਲੈਣ ਦੀ ਲੋੜ ਪਈ ਨਹੀਂ ਐਕਚੁਅਲੀ ਹਾਂਜੀ ਬਹੁਤ ਬਹੁਤ ਵਧੀਆ ਮੀਨਸ ਇੱਕ ਇੱਕ ਇਸ ਕਿਸਮ ਦਾ ਅਸੀਂ ਕਹਿ ਸਕਦੇ ਸੰਗਤ is the biggest support, ਮਹਾਰਾਜ is the biggest support that we have in our times of need ਹੈ ਨਾ ਤੇ it's beautiful to hear that this Instagram ਸੰਗਤ really supported you through that time. They were a sense of inspiration as well. ਜੇ ਤੁਸੀਂ ਕਰ ਸਕਦੇ ਹੋ and you didn't give up and you carried on and you've received so many good wishes and blessings from the Sangat through your artwork, through the comments, through the good wishes that you receive. And the other questions that have coming through I have here is, what do you see in terms of what do you hope to see in the future in terms of the connection of Sikhi and art
and the connection that Sikhs have with art, because as we know that art is a massive culture, and you touched upon the gurukars that are doing seva, and they try to do seva, and they actually get rid of, or they mask some of the Puratan pieces that we have, and we ਹਾਂਜੀ, can't recreate these, and what a big loss we have. So what kind of hope do we see for the future in terms of connection, or with art, and connection in terms of Sikhi and art? ਹਾਂਜੀ। ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਇਹ ਗੱਲ ਮੈਂਸ਼ਨ ਕੀਤੀ ਹੈ ਕਿ ਕਿੰਨਾ ਕੁਛ ਅਸੀਂ ਖੋ ਰਹੇ ਹਾਂ, ਤੇ ਉਹਦੇ ਵਿੱਚ ਸਾਡਾ ਆਨਸਰ ਹੈ ਕਿ ਸਾਨੂੰ ਜਿੰਨੀ ਤੋਂ ਮਤਲਬ ਵੱਧ ਤੋਂ ਵੱਧ ਜਿੰਨਾ ਕਹਿ ਲਓ ਕਿ ਹਿਸਟਰੀ ਨੂੰ ਫਿਰ ਪ੍ਰੀਜ਼ਰਵ ਕਰਨਾ ਚਾਹੀਦਾ ਹੈ। ਤੇ ਉਹਦੇ ਲਈ ਸਾਨੂੰ ਸਾਨੂੰ ਆਪ ਨੂੰ ਪਹਿਲਾਂ ਤੇ ਜਾਣਨਾ ਪੈਣਾ। ਹਲੇ ਏਦਾਂ ਦੀ ਚੀਜ਼ਾਂ ਨੇ ਜੋ ਅਸੀਂ ਹਲੇ ਤੱਕ ਨਹੀਂ ਡਿਸਕਵਰ ਕਰ ਸਕੇ ਆ। ਤੇ ਹੁਣ ਤੁਸੀਂ ਮੈਨੂੰ ਲੱਗਦਾ ਮੈਂ ਦੇਖਿਆ ਸੀਗੀਆਂ ਫੋਟੋਜ਼ ਇੱਕ ਹਜ਼ੂਰ ਸਾਹਿਬ ਦੀਆਂ ਸੀਗੀਆਂ ਜਾਂ ਕਿਸੇ ਗੁਰਦੁਆਰੇ ਦੀਆਂ ਸੀਗੀਆਂ, ਹੁਣ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਆ ਰਿਹਾ, ਪਰ ਪੁਰਾਣੇ ਸੀਗੇ ਨਕਾਸ਼ੀ ਕੀਤੀ ਹੋਈ। ਤੇ ਫਿਰ ਉਹ ਨਕਾਸ਼ੀ ਉਹਨਾਂ ਨੇ ਮੈਂ ਦੇਖਿਆ ਸੀਗਾ ਫੋਟੋ ਵਿੱਚ ਕਿੱਦਾਂ ਉਹਨਾਂ ਨੇ ਡਿਸਟਰੋਏ ਕੀਤੀ ਸੀ, ਜੋ ਕਿ ਹੁਣ ਉਹ ਐਗਜ਼ਿਸਟ ਨਹੀਂ ਕਰਦੀ। ਤੇ ਹੁਣ ਅਸੀਂ ਆਪਣੀ ਅੱਖੀ ਦੇਖਿਆ ਨਹੀਂ, ਤੇ ਉਹ ਸਾਡੇ ਲਈ ਕਿੰਨਾ ਵੱਡਾ ਲਾਸ ਹੈ। ਜੇ ਇੱਕ ਉਹ ਚੀਜ਼ ਹੋ ਸਕਦੀ ਹੈ, ਫਿਰ ਅੱਗੇ ਅੱਗੇ ਦੀ ਅੱਗੇ ਹੋਰ ਵੀ ਚੀਜ਼ਾਂ ਹੋ ਸਕਦੀਆਂ ਨੇ। ਸੋ ਸਾਨੂੰ ਮੇਨ ਮੇਰਾ ਵੈਸੇ ਵੀ ਮੈਂ ਤੁਹਾਨੂੰ ਦੱਸਾਂ ਕਿ ਅਗਰ ਮੈਂ ਜਿਹੜੀਆਂ ਮਿਰਰਸ ਕਰ ਵੀ ਰਹੀ ਹਾਂ, ਤੇ ਜਿਹੜੇ ਮੈਂ ਬਾਬਾ ਟਰਵਾਏ ਗੁਰਦੁਆਰੇ ਦੇ ਬਣਾਉਂਦੀ ਵੀ ਆ ਪੇਂਟਿੰਗਸ ਦੇਖ ਕੇ, ਮੇਰਾ ਇਹ ਹੁੰਦਾ ਕਿ ਮੈਂ ਆਪਣੇ ਲਈ ਘੱਟ ਤੋਂ ਘੱਟ, ਅਗਰ ਨਾਮ ਅਗਰ ਕੁਛ ਵੀ ਹੋਇਆ ਜੇ ਕਹਿ ਲਓ ਨਾ ਕਿ ਹਿਸਟਰੀ ਆਪਾਂ ਬਣਾਉਣੀ ਹੈ, ਤਾਂ ਫਿਰ ਹਿਸਟਰੀ ਇੱਦਾਂ ਹੀ ਬਣਾਉਣੀ ਹੈ ਕਿ ਇਹਨਾਂ ਨੂੰ ਪ੍ਰੀਜ਼ਰਵ ਕਰਨਾ ਤੇ ਆਪਣੀ ਯਾਦ ਵਿੱਚ ਰੱਖਣਾ ਹੈ। ਸੋ ਅੱਗੇ ਕਦੇ ਕਿਸੇ ਨੂੰ ਪਤਾ ਲੱਗੇਗਾ ਹਨਾ, ਮਤਲਬ ਅੱਗੇ ਰਿਕਾਰਡ ਜਾਣਗੇ ਤੇ ਫਿਰ ਉਹਨਾਂ ਨੂੰ ਹਾਂਜੀ ਇਹ ਚੀਜ਼ਾਂ ਸੀ, ਕਿਉਂਕਿ ਅੱਗੇ ਦੇ ਅੱਗੇ ਟਾਈਮ ਦੇਖੋ ਬਹੁਤ ਚੇਂਜ ਹੋਣਾ ਆ। ਸੋ ਸਾਨੂੰ ਇਹ ਹੈ ਕਿ ਸਾਨੂੰ ਇਸ ਰਾਹ ਤੇ ਤੁਰਨਾ ਹੀ ਪੈਣਾ ਕਿ ਇਸ ਨੂੰ ਪ੍ਰੀਜ਼ਰਵ ਕਰਨਾ। Ji, bilkul, bilkul. It's very important to preserve our history in every format, whether it's art, reading, poetry, all the arts. It's very, very important to do that, and it's something, Sangatji, that we should all strive to do. And as Panji's saying, that we've come through that, and we're going through that journey. The Panji, who are some of your artists that you like? Who are some of the names of or artists that you've come across that you've really had a connection with? ਹਾਂਜੀ, ਜਿਹੜੇ ਹੁਣ ਤਾਂ ਨੇ ਉਹ ਤਾਂ ਇੱਕ ਜਿਹੜੇ ਇੰਗਲੈਂਡ ਤੋਂ ਨੇ, ਸਿਮਰਨ ਕੌਰ ਪਨੇਸਰ, ਤੇ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਲੱਗਦਾ। ਤੇ ਉਹਨਾਂ ਦੇ ਕੰਮ ਨੂੰ ਦੇਖ ਕੇ ਫਿਰ ਲੱਗਦਾ ਹੁੰਦਾ ਕਿ ਨਹੀਂ ਹਜੇ ਬਹੁਤ ਲੰਬਾ ਪੈਂਡਾ ਤੇ ਕੋਈ ਗੱਲ ਨਹੀਂ ਪਰ ਫਿਰ ਵੀ ਮੈਂ ਕਿਹਾ ਚਲੋ ਕੋਸ਼ਿਸ਼ ਕਰਦੀ ਰਹਿਣੀ ਚਾਹੀਦੀ ਹੈ ਬੰਦੇ ਨੂੰ ਕਿ ਸਿੱਖਦਾ ਰਹਿਣਾ ਚਾਹੀਦਾ ਬੰਦੇ ਨੂੰ। ਬਾਕੀ ਜਿਹੜੇ ਇੱਕ ਸਾਡੇ ਕਹਿ ਲਓ ਭਾਈ ਹਰਭਜਨ ਸਿੰਘ ਜੀ, ਜਿਹੜੇ ਜਿਨ੍ਹਾਂ ਨੇ ਦਰਬਾਰ ਸਾਹਿਬ ਜਿਹੜੇ ਤੁਸੀਂ ਮਿਊਰਲਸ ਦੇਖਦੇ, ਜਿਹੜੀ ਨਕਾਸ਼ੀ ਦੇਖਦੇ ਉਹਨਾਂ ਨੇ ਕੀਤੀ ਹੋਈ ਆਪਣੇ ਹੱਥੀਂ, ਤੇ ਉਹਨਾਂ ਦੇ ਇੱਧਰ ਸਾਡੇ ਸੀਸਗੰਜ ਸਾਹਿਬ ਗੁਰਦੁਆਰੇ ਸਾਡੇ ਇੱਧਰ ਸੇਵਾ ਚੱਲਦੀ ਸੀ ਹੁਣੇ ਰੀਸੈਂਟਲੀ, ਤੇ ਉੱਥੇ ਉਹਨਾਂ ਦੇ ਕਹਿ ਲਓ ਅਹ, ਪੋਤੇ ਆਏ ਹੋਏ ਸੀਗੇ, ਤੇ ਉਹ ਵੀ ਉਹੀ ਕੰਮ ਕਰਦੇ ਨੇ ਹੁਣ। ਤੇ ਉਹਨਾਂ ਦਾ ਨਾਮ ਭਾਈ ਅਰਵਿੰਦਰ ਸਿੰਘ ਜੀ, ਤੇ ਉਹਨਾਂ ਨੇ ਵੀ ਅੱਗੇ ਉਸ ਚੀਜ਼ ਨੂੰ ਰੱਖਿਆ ਉਹ ਵੀ ਕਹਿ ਲਓ ਗੁਰਦੁਆਰੇ ਵਿੱਚ ਏਦਾਂ ਹੀ ਸੇਵਾ ਕਰਦੇ ਨੇ। ਇੰਨਾ ਸੀ ਕਿ ਮੌਕਾ ਰਹਿ ਗਿਆ ਉਹਨਾਂ ਨੂੰ ਮਿਲਣ ਦਾ, ਤੇ ਉੱਥੇ ਸੇਵਾ ਚੱਲਦੀ ਸੀ, ਨਹੀਂ ਤਾਂ ਬਹੁਤ ਕੁਝ ਸਿੱਖ ਸਕਦੇ ਸੀ ਉਹਨਾਂ ਤੋਂ। ਤੇ Hanji, ਭਾਈ ਜਤਿੰਦਰ ਸਿੰਘ, ਉਹ ਵੀ ਜਿਹੜੇ ਇੰਗਲੈਂਡ ਤੋਂ ਨੇ, ਉਹਨਾਂ ਦੇ ਵੀ ਵਧੀਆ ਕਾਫੀ ਮਿਨੀਏਚਰ ਪੇਂਟਿੰਗਸ ਉਹਨਾਂ ਦੇ ਵੀ ਬਹੁਤ ਵਧੀਆ। ji. The And in terms of your favorite art medium, what type of art is your favorite? मतलब ਅਸੀਂ ਕਹਿ ਸਕਦੇ ਹਾਂ, all of them is the best. Every art form has have its very
its own specialty. But I mean, it's art sculptures, or it's paintings, or it's water paintings, or it's a different form of art. But what is your favorite art medium? Or what is it that makes you connect to that form? ਜਿਵੇਂ ਅਸੀਂ ਕਹਿ ਲਈਏ ਪਰਸ਼ੀਅਨ ਜਿਹੜੇ ਡਿਜ਼ਾਈਨਸ ਹੁੰਦੇ ਨੇ ਪਰਸ਼ੀਅਨ ਪੇਂਟਿੰਗਸ ਦੇ ਉਹ ਬਹੁਤ ਇੱਕ ਤਾਂ ਸੋਹਣੇ ਲੱਗਦੇ ਨੇ ਤੇ ਇਸਲਾਮਿਕ ਆਰਟ ਹੋ ਗਈ ਤੇ ਜੀ ਜਿਓਮੈਟਰੀ ਉਹਦੇ ਵਿੱਚ ਜਿਹੜੀ ਜਿਓਮੈਟ੍ਰੀਕਲ ਇਸਲਾਮਿਕ ਆਰਟ ਹੁੰਦੀ ਹੈ ਉਹ ਵੀ ਬਹੁਤ ਇੱਕ ਇਨਸਪੀਰੇਸ਼ਨ ਮਿਲਦੀ ਹੈ ਉਹਦੇ ਨਾਲੋਂ ਵੀ ਤੇ ਹਾਂਜੀ ਹਾਂਜੀ and ਹਾਂਜੀ do you try to take inspiration and draw that art form in your works, or do you try doing a fusion piece, or do you try to just stick to the Sikh original art that you see? ਇਟ ਡਿਪੈਂਡਸ ਜਿਵੇਂ ਤੁਸੀਂ ਹੁਣ ਕਿਹਾ ਕਿ ਕੋਈ ਚੀਜ਼ ਦੇਖੀ ਹੈ ਤੇ ਫਿਰ ਉਹਦੇ ਵਿੱਚ ਫਿਊਜ਼ਨ ਵੀ ਕਰ ਸਕਦੀ ਆ ਜਿਵੇਂ ਮਤਲਬ ਮਨ ਕਰਦਾ ਹੁੰਦਾ ਤੇ ਉਸਨੂੰ ਬਿਲਕੁਲ ਆਪਣੇ ਹਿਸਾਬ ਨਾਲ ਵੀ ਕਰ ਸਕਦੀ ਆ ਹਾਂਜੀ ਸੋ ਇਟ ਡਿਪੈਂਡਸ ਕਿ ਉਸ ਟਾਈਮ ਮਤਲਬ ਮਨ ਕੀ ਕਹਿ ਰਿਹਾ ਕਰਨ ਨੂੰ Gee, and what is the most what's your favorite your most favorite sort of piece that you've painted, and why? ਜਿਹੜੇ ਹੁਣ ਮੈਂ ਰੀਸੈਂਟਲੀ ਕੀਤੀ ਹੈ ਭਾਈ ਗੁਰੂ ਤੇਗ ਬਹਾਦਰ ਜੀ ਦੀ ਪੇਂਟਿੰਗ ਕੀਤੀ ਸੀ ਉਹ ਸਭ ਤੋਂ ਕਹਿ ਲਓ ਕਿ ਮੈਨੂੰ ਮੇਰੀ ਹਰਮਨ ਪਿਆਰੀ ਲੱਗਦੀ ਹੈ And ਤੇ how long did that take you, Panji? it took me like 1 month. Wow, wow. Yes. Hopefully, Panji, it's not 1 month lagatar, है ना? You've had some breaks. Yes. ठीक ਮਤਲਬ ਮੈਨੂੰ ਮਤਲਬ ਇੰਨਾ ਟਾਈਮ ਲੱਗਦਾ ਹੀ ਹੈ ਹੁਣ ਐਕਚੁਅਲੀ ਕੀ ਹੁੰਦਾ ਮੈਂ ਇੱਕ ਜਿਹੜੀ ਪੇਂਟਿੰਗ ਕੀਤੀ ਸੀਗੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਇੱਕ ਪੁਰਾਤਨ ਸਰੂਪ ਹੈ ਉਹਦੇ ਵਿੱਚ ਤੁਸੀਂ ਦੇਖੋਗੇ ਜਿਹੜੀ ਆਈ ਡੋਂਟ ਨੋ ਮੇ ਬੀ ਸ਼ਾਇਦ ਮੈਂ ਰੋਂਗ ਹੋਵਾਂ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਪੁਰਾਤਨ ਸਰੂਪ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਮਤਲਬ ਲਿਖੀ ਹੋਈ ਮੂਲ ਮੰਤਰ ਤੇ ਜਿਹੜੀ ਮੈਂ ਉਹ ਪੇਂਟਿੰਗ ਕੀਤੀ ਸੀਗੀ ਤੇ ਫਿਰ ਉਹ ਪੇਂਟਿੰਗ ਤੋਂ ਬਾਅਦ ਜਿਵੇਂ ਕਾਫੀ ਲੋਕਾਂ ਨੇ ਕਿਹਾ ਕਿ ਜੀ ਹੁਕਮਨਾਮਾ ਇਹਦੇ ਵਿੱਚ ਤੁਸੀਂ ਹੈ ਨਾ ਜਾਂ ਫਿਰ ਕੋਈ ਸ਼ਬਦ ਲਿਖਵਾਉਣਾ ਤੇ ਉਹਨਾਂ ਨੇ ਤਾਂ ਕਾਫੀ ਅਪਰੋਚ ਕੀਤਾ ਸੋ ਆਈ ਵਾਸ ਡੂਇੰਗ ਦ ਵਨ ਪੇਂਟਿੰਗ ਅਗੇਨ ਐਂਡ ਅਗੇਨ ਤੇ ਉਹ ਕਾਫੀ ਜਿਵੇਂ ਮਕੈਨੀਕਲ ਹੋ ਜਾਂਦਾ ਮੇਰੇ ਲਈ ਕਿ ਇੱਕ ਚੀਜ਼ ਦੁਬਾਰਾ ਕਰਨੀ ਸੋ ਬੀਇੰਗ ਐਨ ਆਰਟਿਸਟ ਯੂ ਡੋਨਟ ਡੂ ਦੈਟ ਅਲੋਟ ਮਤਲਬ ਤੁਸੀਂ ਯੂ ਕ੍ਰੀਏਟ ਮੋਰ ਤੁਸੀਂ ਜ਼ਿਆਦਾ ਨਵੀਆਂ ਚੀਜ਼ਾਂ ਬਣਾਉਂਦੇ ਨਾ ਕਿ ਤੁਸੀਂ ਇੱਕੋ ਚੀਜ਼ ਦੁਬਾਰਾ ਦੁਬਾਰਾ ਕਰਦੇ ਹੋ ਬਟ ਇਸ ਚੀਜ਼ ਨੂੰ ਵੀ ਫਿਰ ਮੈਂ ਕਹਿ ਲਓ ਕਿ ਉਸ ਤਰੀਕੇ ਨਾਲ ਦੇਖਦੀ ਹਾਂ ਕਿ ਮੇਰੀ ਆਪ ਦੀ ਪ੍ਰੈਕਟਿਸ ਹੈ ਤੇ ਹੁਣ ਮੈਂ ਇੱਕੋ ਹੀ ਪੇਂਟਿੰਗ ਕਹਿ ਲਓ 3 ਵਾਰੀ ਕੀਤੀ ਤੇ ਉਹਨਾਂ ਨੂੰ ਮੈਂ ਅਲੱਗ-ਅਲੱਗ ਤਰੀਕੇ ਨਾਲ ਕੀਤਾ ਹੁਣ ਵੀ ਮੈਂ ਜਿਹੜੀ ਰੀਸੈਂਟ ਕੀਤੀ ਆ ਵੀ ਮੈਂ ਉਸ ਸਟਾਈਲ ਵਿੱਚ ਹੀ ਕੀਤੀ ਹੈ ਬਟ ਮੈਂ ਡਿਫਰੈਂਟ ਕਲਰਸ ਯੂਜ਼ ਕੀਤੇ ਨੇ ਡਿਫਰੈਂਟ ਥੋੜਾ ਕੀਤਾ ਕਨਸੈਪਟ हाँ जी. ਸੋ ਡਿਫਰੈਂਟ ਲੱਗ ਸਕੇ So Panji, there's no such thing as copy and paste in this world of technology, है ना? So No. we can't do that in the world of art, है ना? You have to do it all by hand. So what is the process? Is it do you draw it by pencil, what is the actual process? What kind of tools do you use? ਹਾਂਜੀ ਐਕਚੁਅਲੀ ਹੱਲੇ ਤਾਂ ਮੈਂ ਪੈਨਸਿਲ ਨਾਲ ਹੀ ਕਰ ਰਹੀ ਹਾਂ ਬਟ ਇਹਦੇ ਵਿੱਚ ਜਿਵੇਂ ਤੁਸੀਂ ਬ੍ਰਸ਼ ਨਾਲ ਵੀ ਕਰ ਸਕਦੇ ਹੋ ਨਾ ਵੈਨ ਯੂ ਲਾਈਕ ਪ੍ਰੋ ਤੇ ਹਜੇ ਮੈਂ ਹੌਲੀ ਹੌਲੀ ਉਸ ਚੀਜ਼ ਵੱਲ ਵੱਧ ਰਹੀ ਹਾਂ ਪਰ ਹੱਲੇ ਜਿਵੇਂ ਪੈਨਸਿਲ ਨਾਲ ਡਰਾ ਕਰਕੇ ਤੇ ਅੱਗੇ ਫਿਰ ਕੰਮ ਵੱਧਦਾ Gee, I mean, ਹੌਲੀ ਹੌਲੀ especially for me, Panji, I think I can't even draw a stick man, है ना? ਉਹ ਕਹਿੰਦੇ ਸੀ ਨਾ, when you're younger, draw on a piece of paper. The ਸੰਗਤ on here ਜਦੋਂ ਅਸੀਂ ਕਈ ਵਾਰੀ ਅਸੀਂ ਗੇਮਾਂ ਖੇਡਦੇ ਆ ਤੇ drawing games ਆਉਂਦੀਆਂ, I can't even draw a stick man, huh? They'll probably laugh at my drawings. So compared to your art, it's it's up there with the standard. I can't even compare. If I want to start that journey, I think I've got to practice way more than anyone else. But we've got some amazing artists on here actually in the Sangat as well. They have some amazing drawings, and we'll share them throughout actually, Panji. We'll share some with you a bit later on. So we can show you those. But yeah, so it's amazing to hear that it can take a very long time for these drawings, and for you to repeat that drawing. Every drawing is not the same, and yes
And so the feeling that you put to these drawings, can it be overwhelming, or can it be a lot for your hand to draw? Some days do you wake up and think, oh, I don't want to do this, and just, or how does it work? ਹਾਂਜੀ, ਜਦ ਕਹਿ ਲਓ ਸੇਮ ਚੀਜ਼ ਕਰਨੀ ਹੈ ਪੇਂਟ, ਸੋ ਮੈਂ ਥੋੜ੍ਹੀ ਜਿਹੀ ਹੋ ਜਾਂਦੀ ਹੈ ਕਿ ਹਾਂ ਨਹੀਂ, ਮੈਨੂੰ ਉਹਦੇ ਲਈ ਐਕਚੁਅਲੀ ਡਬਲ ਮਿਹਨਤ ਕਰਨੀ ਪੈਂਦੀ ਹੈ। ਜਿਹੜੀ ਇੱਕ ਚੀਜ਼ ਮੈਨੂੰ ਦੁਬਾਰਾ ਕਰਨੀ ਹੈ, ਸੋ ਮੈਨੂੰ ਉਹਦੇ ਲਈ ਡਬਲ ਮਿਹਨਤ ਕਰਨੀ ਪੈਂਦੀ ਹੈ। ਨਾ ਕਿ ਜਿਹੜੀ ਚੀਜ਼ ਨਵੀਂ ਕਰ ਰਹੀ ਹਾਂ ਉਹਦੇ ਲਈ ਤਾਂ ਮੈਂ ਮੈਂ ਮੇਰੇ ਉਹਦੇ ਵਿੱਚ ਕੀ ਹੁੰਦਾ ਕਿ ਮੈਨੂੰ ਕੋਈ ਕੀ ਕਵਾਂਗੇ, ਮੈਨੂੰ ਕੋਈ ਉਹ ਨਹੀਂ ਚਾਹੀਦਾ, ਸਪੋਰਟ ਨਹੀਂ ਚਾਹੀਦਾ। ਜਿਵੇਂ ਮੈਨੂੰ ਕਿਸੇ ਨੇ ਧੱਕਾ ਦੇਣਾ ਨਾ ਕਿ ਹਾਂ ਹੁਣ ਸ਼ੁਰੂ ਕਰ, ਮੈਨੂੰ ਮੈਂ ਆਪਣੇ ਆਪ ਹੀ ਸ਼ੁਰੂ ਕਰ ਦੂੰਗੀ ਜਿਹੜੀ ਕੋਈ ਨਵੀਂ ਚੀਜ਼ ਕਰਨੀ ਹੈ। ਪਰ ਜਿਹੜੀ ਪੁਰਾਣੀ ਚੀਜ਼ ਕਰਨੀ ਹੈ ਉਹਦੇ ਲਈ ਫਿਰ ਮੈਨੂੰ ਇੰਨਾ ਆਪਣਾ ਮਾਈਂਡ ਬਣਾਉਣਾ ਪੈਂਦਾ ਹੈ ਕਿ ਨਹੀਂ, ਕਿਉਂਕਿ ਮੈਂ ਚਾਹੁੰਦੀ ਹੁੰਦੀ ਹਾਂ ਮੈਂ ਜੋ ਵੀ ਕੰਮ ਕਰਾਂ ਮੈਂ ਬਿਲਕੁਲ ਆਪਣਾ ਫੋਕਸਡ ਹੋ ਕੇ ਕਰਾਂ, ਨਾ ਕਿ ਮੈਨੂੰ ਮਨ ਵਿੱਚ ਕੋਈ ਵੀ ਇਦਾਂ ਦਾ ਹੋਵੇ ਕਿ ਨਹੀਂ ਹੈ, ਨਹੀਂ ਮੇਰਾ ਮਨ ਨਹੀਂ ਹੈ ਜਾਂ ਕੁਛ ਹੈ। ਮੈਂ ਤਾਂ ਹੀ ਸ਼ੁਰੂ ਕਰਦੀ ਹਾਂ ਜਦ ਪੂਰਾ ਫੋਕਸਡ ਹੋ ਕੇ ਕਰ ਸਕਾਂ, ਨਹੀਂ ਤਾਂ ਮੈਂ ਨਹੀਂ ਸ਼ੁਰੂ ਕਰਦੀ। ਮੈਂ ਅਗਲੇ ਨੂੰ ਮਨਾ ਵੀ ਕਰ ਦਿੰਦੀ ਹਾਂ, ਪਰ ਕਿਉਂਕਿ ਮੈਂ ਆਪਣਾ ਸਟੇਟ ਦਿੰਦੀ ਹਾਂ, ਮਾਈਂਡ ਸਟੇਟ ਦੇਖਦੀ ਹਾਂ ਕਿ ਮੈਂ ਕਰ ਸਕਦੀ ਹਾਂ ਕਿ ਨਹੀਂ। ਤੇ ਕਿਸੇ ਨੂੰ ਇਹ ਵੀ ਨਹੀਂ ਕਿ ਹਾਂ ਕੰਮ ਦੀ ਪਈ ਹੈ ਜਾਂ ਜਿੱਦਾਂ ਵੀ। ਚਲੋ ਹੁਣ ਤਾਂ ਇਹ ਹੈ ਕਿ ਸੰਗਤ ਸਪੋਰਟ ਕਰਦੀ ਹੈ, ਸੋ ਅਸੀਂ ਇਹਦੇ ਤੋਂ ਕਮਾਈ ਵੀ ਕਰ ਲੈਂਦੇ ਹਾਂ। ਪਰ ਜੀ ਅਸੀਂ ਆਰਟ ਨੂੰ ਹੀ ਅੱਗੇ ਰੱਖਦੇ ਹਾਂ, ਨਾ ਕਿ ਕਹੀਏ ਕਿ ਹੁਣ ਵੈਸੇ ਇਟਸ ਬੀਨ ਓਵਰਵੈਲਮਡ ਬਿਕੋਜ਼ ਮੈਂ ਕਾਫੀ ਲਏ ਨੇ ਪਿੱਛੇ ਜੇ ਆਰਡਰਸ ਵਗੈਰਾ। ਤੇ ਫਿਰ ਜਦ ਇੱਕੋ ਹੀ ਚੀਜ਼ ਹੁੰਦੀ ਹੈ ਨਾ, ਫਿਰ ਖੁਦ ਖੁਦ ਦੀ ਜਿਹੜੀ ਕ੍ਰੀਏਟੀਵਿਟੀ ਆ ਉਹ ਆਉਂਦੀ ਨਹੀਂ ਬਾਹਰ ਐਕਚੁਅਲੀ। ਤੇ ਫਿਰ ਕਈ ਚੀਜ਼ਾਂ ਹੁਣ ਦਿਮਾਗ ਵਿੱਚ ਆਉਂਦੀਆਂ ਨੇ ਤੇ ਜਿਹੜੀਆਂ ਰਹਿ ਜਾਂਦੀਆਂ ਨੇ ਕਿ ਮੈਂ ਉਹ ਵੀ ਕਰਨਾ ਸੀ, ਪਰ ਜਦ ਅਸੀਂ ਕਮਾਉਣਾ ਸ਼ੁਰੂ ਕਰ ਦਿੰਦੇ ਹਾਂ ਤੇ ਫਿਰ ਉਸ ਪਾਸੇ ਰਹਿ ਜਾਂਦੀ ਹੈ ਚੀਜ਼। ਕ੍ਰੀਏਟਿਵ ਮੈਨੂੰ ਲੱਗਦਾ ਉਹਦੇ ਵਿੱਚ ਜਿਹੜੀ ਕ੍ਰੀਏਟੀਵਿਟੀ ਹੁੰਦੀ ਹੈ ਸਾਡੀ ਉਹ ਮਰ ਜਾਂਦੀ ਹੁੰਦੀ ਹੈ, ਕਿਉਂਕਿ ਅਸੀਂ ਜ਼ਿਆਦਾ ਜਦ ਪੈਸੇ ਬਣਾਉਣ ਵੱਲ ਸੋਚਣ ਲੱਗ ਜਾਂਦੇ ਹਾਂ। ਤੇ ਕਿਉਂਕਿ ਚਲੋ ਨੀਡ ਵੀ ਹੈਗੀ ਐ ਐਸੀ ਗੱਲ ਨਹੀਂ, ਪਰ ਮੈਨੂੰ ਲੱਗਦਾ ਮੈਂ ਉਸ ਪਾਸੇ ਇੰਨਾ ਜ਼ੋਰ ਮੈਨੂੰ ਅੱਛਾ ਨਹੀਂ ਲੱਗਦਾ, ਜਿਵੇਂ ਉੱਥੇ ਜੇ ਜ਼ੋਰ ਪਾਉਣ ਲੱਗ ਜਾਈਏ ਨਾ ਕਿ ਨਹੀਂ ਹੁਣ ਆਹ ਵੀ ਆਰਡਰ ਕਰ ਲਈਏ, ਆਹ ਵੀ ਆਰਡਰ ਕਰ ਲਈਏ, ਤੇ ਉਹਦੇ ਨਾਲ ਜਿਹੜੀ ਅਸੀਂ ਕਰਨੀ ਹੁੰਦੀ ਹੈ ਚੀਜ਼ ਉਹ ਰਹਿ ਜਾਂਦੀ ਹੁੰਦੀ ਹੈ। ਜੀ ਤਾਂ ਕਰਕੇ ਫਿਰ ਮੈਂ ਕੀ ਕਰਦੀ ਹਾਂ ਕਿ ਜੇ ਆਰਡਰ ਚੱਲਦਾ ਕੋਈ ਤਾਂ ਨਾਲ ਦੀ ਨਾਲ ਆਪਣੀ ਕੋਈ ਜਿਹੜੀ ਦਿਮਾਗ ਵਿੱਚ ਪੇਂਟਿੰਗ ਹੁੰਦੀ ਹੈ ਜਾਂ ਕੁਛ ਵੀ ਹੁੰਦਾ ਉਹ ਸ਼ੁਰੂ ਕਰ ਦਿੰਦੀ ਹੁੰਦੀ ਹਾਂ। ਲੱਗਦਾ ਉਹਨੂੰ ਟਾਈਮ ਬਹੁਤ ਹੈ, ਬਾਅਦ ਚ ਜਾ ਕੇ ਕਿਤੇ ਉਹ ਕੰਪਲੀਟ ਹੁੰਦੀ ਹੈ, ਪਰ ਨਾਲ ਦੀ ਨਾਲ ਜ਼ਰੂਰ ਸ਼ੁਰੂ ਕਰਦੀ ਹਾਂ ਕਿ ਹਾਂ ਮੈਂ ਪਿੱਛੇ ਕਿਤੇ ਨਾ ਰਹਿ ਜਾ, ਮੇਰੇ ਆਈਡੀਆਜ਼ ਕਿਤੇ ਪਿੱਛੇ ਨਾ ਰਹਿ ਜਾ। ਸੋ ਸੰਗਤ ਨੂੰ ਵੀ ਟਰਾਈ ਕਰੀਦਾ ਕਿ ਖੁਸ਼ ਕਰੀਏ। ਹਾਂਜੀ ਹਾਂਜੀ ਬਿਲਕੁਲ, ਇਟਸ ਵੈਰੀ ਇੰਪੋਰਟੈਂਟ। ਹਾਂਜੀ, ਤੇ another question that's come in is quite an important question in terms of this day and age, है ना? As a woman, so what advice would you give to other women out there, other bibiyan, in terms of navigating the Sikh artistic space? Because it in my opinion and in others' opinion as well, the question that's come in is we have a very male-dominated space in terms of Mm. Sikhi, and a lot of people feel that they're not giving the BBR a chance to show their talents in terms of art and things like that, and we often put them down. So, what advice would you give? ਇਹਦੇ ਵਿੱਚ ਇਹ ਹੈ ਕਿ ਤੁਸੀਂ ਜੇ ਤੁਹਾਡੇ ਹੱਥੀ ਹੁਨਰ ਹੈ ਤੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਕਿਉਂਕਿ ਮੇਰੀ ਮੈਂ ਅਗਰ ਸੋਚਾਂ, ਅਗਰ ਮੇਰੀ ਜਦ ਮੈਂ ਸ਼ੁਰੂ ਕੀਤਾ ਹੈਗਾ ਤੇ ਫਿਰ ਨੋ ਡਾਊਟ ਕਾਫੀ ਕੰਪੀਟੀਸ਼ਨ ਆਲਰੇਡੀ ਹੈਗਾ ਆ, ਪਹਿਲਾਂ ਵੀ ਸੀ। ਤੇ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੇਨ ਡੋਮੀਨੇਟਡ ਸੋਸਾਇਟੀ ਹੈਗੀ ਆ, ਕਿਉਂਕਿ ਇਹ ਹਰ ਇੱਕ ਕੁੜੀ ਫੇਸ ਕਰਦੀ ਹੈ। ਮੈਂ ਕਹੂੰਗੀ ਕਿ ਹਰ ਇੱਕ ਖੇਤਰ ਵਿੱਚ ਕਹਿ ਲਓ, ਇਟਸ ਨਾਟ ਇਵਨ ਆਰਟ ਬਟ ਹਰ ਇੱਕ ਜਗ੍ਹਾ ਹੀ ਹੈ। ਪਰ ਜਿਵੇਂ ਅਸੀਂ ਕਹਿ ਲਓ ਨਾ ਕਿ ਮੈਨੂੰ ਕਾਫੀ ਕੁੜੀਆਂ ਨੇ ਵੂਮਨ ਨੇ ਸਪੋਰਟ ਕੀਤਾ। Ji, ਸੋ ਇੱਕ ਵੂਮਨ ਹੀ ਹੈ ਜਿਹੜੀ ਇੱਕ ਅਗਲੀ ਵੂਮਨ ਨੂੰ ਸਪੋਰਟ ਕਰ ਸਕਦੀ ਹੈ। ਹੁਣ ਜਿੱਦਾਂ ਇਹ ਜਿਹੜੀ ਪ੍ਰੈਜੈਂਟੇਸ਼ਨ ਹੋ ਰਹੀ ਹੈ ਤੇ ਜਿਹੜੀ ਡਿਸਕਸ਼ਨ ਹੋ ਰਹੀ ਹੈ, ਤੇ ਮੇਰੀ ਇੱਕ ਕਹਿ ਲਓ ਭੈਣ ਜੀ ਨੇ ਜਿਨ੍ਹਾਂ ਨੂੰ ਮੈਂ ਕਾਫੀ ਚਿਰ ਤੋਂ ਜਾਣਦੀ ਹਾਂ, ਹੁਣ ਜਦ ਤੋਂ ਮੈਂ ਐਵਨ ਪੇਜ ਸ਼ੁਰੂ ਕੀਤਾ ਹੋਇਆ, ਪ੍ਰਦੀਪ ਕੌਰ। ਤੇ ਉਹਨਾਂ ਨੇ ਹੀ ਸੁਜੈਸਟ ਕੀਤਾ ਜਸਲੀਨ ਕੌਰ ਜੀ ਨੂੰ ਕਿ ਯੂ ਕੈਨ ਆਸਕ ਹਰ ਕਿ ਯੂ نو ਟੂ ji, ਜੁਆਇਨ। ਸੋ ਇਟਸ ਅਬਾਊਟ ਸਪੋਰਟਿੰਗ ਈਚ ਅਦਰ। ਤੇ ਕਿਉਂਕਿ ਹੋਰ ਅਸੀਂ ਕਿੱਦਾਂ ਕਰ ਸਕਦੇ ਹਾਂ,
ਅਗਰ ਕੋਈ ਤੁਹਾਨੂੰ ਅਗਰ ਤੁਸੀਂ ਪਿੱਛੇ ਰਹਿ ਰਹੇ ਹੋ ਜਾਂ ਤੁਸੀਂ ਸੋਚ ਰਹੇ ਹੋ ਕਿ ਦੇयर इज नो स्पेस फॉर वुमेन ਤੇ ਯੂ نو ਇਟਸ ਓਨਲੀ ਅਬਾਊਟ ਹੈਲਪਿੰਗ ਈਚ ਅਦਰ ਸੋ ਮੈਨੂੰ ਕਾਫੀ ਹੈਲਪ ਮਿਲੀ ਹੈ ਤਾਂ ਹੀ ਮੈਂ ਅੱਗੇ ਵੱਧ ਪਾਈ ਹਾਂ जी बिल्कुल it's beautiful to see that and beautiful to have that space where you know and we have that space on here on SIG Discord as well where we have a separate course chat and a course camp as well that's going to be organized and at the forefront we have our the Panjis here who organize that or Sevadars of that and Jasleen Panji as well as you mentioned does amazing seva on the SIG Discord and uniting and all the BBN as well and the Daniel Sangat and I think it's time now we come out of that era where you know we put labels on things and we just need to see the raw talent so in terms of the talent Banji in your opinion what would the top three qualities be that an artist needs what ਹਾਂਜੀ what is the top three qualities ਸਭ ਤੋਂ ਪਹਿਲਾਂ ਤੇ ਯੂ ਸ਼ੁਡ ਹੈਵ ਡੈਡੀਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਜੋ ਤੁਸੀਂ ਕੰਮ ਕਰ ਰਹੇ ਹੋ ਤੇ ਇੱਕ ਕੰਸਿਸਟੈਂਸੀ ਹੋਣੀ ਬਹੁਤ ਜ਼ਰੂਰੀ ਹੈ ਡੈਡੀਕੇਸ਼ਨ ਮਤਲਬ ਆਪਣੇ ਕੰਮ ਨੂੰ ਹੀ ਇੱਕਦਮ ਮਤਲਬ ਤੁਸੀਂ ਫੋਕਸਡ ਹੋ ਕੇ ਕਰਨਾ ਤੇ ਕੰਸਿਸਟੈਂਸੀ ਕੀ ਤੁਸੀਂ ਜੇ ਮੇਰੇ ਵਾਂਗੂ ਜਿੱਦਾਂ ਬੋਰ ਵੀ ਹੋ ਰਹੇ ਹੋ ਇੱਕ ਚੀਜ਼ ਕਰਦੇ ਕਰਦੇ ਬਟ ਯੂ ਹੈਵ ਟੂ ਬੀ ਕੰਸਿਸਟੈਂਟ ਸੋ ਹਾਂਜੀ ਉਹ ਇੱਕ ਜਿਹੜੀ ਕੰਸਿਸਟੈਂਸੀ ਸਭ ਤੋਂ ਵੱਡਾ ਚੀਜ਼ ਹੀ ਉੱਥੇ ਆ ਕੇ ਰੁਕਦੀ ਹੈ ਕੰਸਿਸਟੈਂਸੀ ਇਵਨ ਵੈਨ ਵੀ ਆਰ ਪ੍ਰੈਕਟਿਸਿੰਗ ਰਾਗਸ ਐਂਡ ਵੀ ਥਿੰਕ ਕਿ ਆ ਨਹੀਂ ਲੱਗਦਾ ਉਹ ਸੁਰ ਨਹੀਂ ਲੱਗਦਾ ਤੇ ਬਟ ਯੂ ਹੈਵ ਟੂ ਬੀ ਕੰਸਿਸਟੈਂਟ ਇਨ ਯਰ ਰਿਆਜ਼ ਸੋ ਆਪਣੇ ਆਪ ਹੀ ਤੁਹਾਡਾ ਸੁਰ ਲੱਗਦਾ ਹੈ ਆਪਣੇ ਆਪ ਹੀ ਜਦ ਤੁਸੀਂ ਪ੍ਰੈਕਟਿਸ ਕਰਦੇ ਹੋ ਤੇ ਤੁਹਾਡਾ ਸੁਰ ਕਿਉਂ ਨਹੀਂ ਲੱਗੇਗਾ ਤੇ ਇਹ ਸਭ ਚੀਜ਼ਾਂ ਨੇ ਕਿ ਤੁਸੀਂ ਪ੍ਰੈਕਟਿਸ ਹੈਵ ਟੂ ਬੀ देयर ਮਤਲਬ no excuse but practice have to be there that's it ਮੈਨੂੰ ਇਹ ਲੱਗਦਾ ਹੈ ਕਿਉਂਕਿ ਸਮਾਂ ਆਉਂਦਾ ਹੈ ਕਿ ਹਾਂਜੀ ਤੁਸੀਂ ਇੱਕ ਚੀਜ਼ ਕਰਦੇ ਕਰਦੇ ਬੋਰ ਹੋ ਜਾਂਦੇ ਹੋ ਜੀ ਪਰ ਤੁਹਾਨੂੰ ਜਦ ਉਸ ਚੀਜ਼ ਨੂੰ ਕੰਟੀਨਿਊ ਰੱਖਣਾ ਤਾਂ ਤੁਹਾਡੇ ਅੰਦਰ ਕੰਸਿਸਟੈਂਸੀ ਡੈਡੀਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ बिल्कुल so there's no time to be lazy no there's no time to be lazy हाँ जी so सवेरे उठ के if you know you got to complete a work and you can't put it off so you have to go and do it ਹਾਂਜੀ I guess that's sort of Sikhi teaches us to be that discipline to have that discipline whether it's ਬਿਲਕੁਲ art Amrit Villa or another concept and Banji you've touched upon the three qualities right there dedication not just towards art but towards yourself yes as a person, we need to have that motivation within us to kind of carry that forward. And it's beautiful seeing that, Benji, you've gone through that experience that, and I'm sure your hand gets tired of drawing all these paintings and doing all these artworks on day in day out and everything. So to make yeah. your hand more tired, Banji, how can we order some of your work? Is there a way that we can do that if Sangat wants to order any of the work that you're doing? ਹਾਂਜੀ they can approach me like through DMs जी ਮੇਰਾ ਹਾਲੇ ਕੋਈ ਵੈਬਸਾਈਟ ਕੋਈ ਅੱਛੀ ਮੈਂ ਬਣਾਈ ਨਹੀਂ ਹੈ ਹਾਲੇ ਬਟ ਆਈ ਵਿਲ ਮੇਕ ਅ ਵੈਬਸਾਈਟ ਸੂਨ ਸੋ ਹਾਲੇ ਤਾਂ ਸੰਗਤ ਮੈਨੂੰ ਇੰਸਟਾਗ੍ਰਾਮ ਤੋਂ ਅਪਰੋਚ ਕਰਦੀ ਹੈ ਤੇ ठीक है ਮੈਂ जी ਵੀ ਹੁਣ ਇੱਕ ਜਿਹੜੀ ਪੇਂਟਿੰਗ ਕੀਤੀ ਸੀਗੀ ਸੁਤੇਸ਼ ਮਨੂ ਲਈ ਮੈਂ ਐਕਚੁਅਲੀ ਇੱਕ ਪੇਂਟਿੰਗ ਕੀਤੀ ਸੀ ਉਹਨਾਂ ਦੀ ਜਿਹੜੀ ਹੁਣ ਵਾਈਫ ਹੈ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਸੀ ਸੋ ਉਹਦੇ ਵਿੱਚ ਜਿਹੜਾ ਉਹਨਾਂ ਨੇ ਹੀ ਇੱਕ ਦਰਬਾਰ ਸਾਹਿਬ ਨਕਾਸ਼ੀ ਦੀ ਇੱਕ ਫੋਟੋ ਲਈ ਸੀ हाँ जी ਤੇ ਉਹ ਫੋਟੋ ਮੈਂ ਫਿਰ ਤੇ ਉਹ ਮੈਂ ਜਿਹੜੀ ਮੇਰਾ ਸੀ ਉਹ ਕੀਤਾ ਸੀ ਪੇਂਟ ਤੇ ਉਹ ਜਿਹੜੀ ਪੇਂਟਿੰਗ ਸੀਗੀ ਐਕਚੁਅਲੀ ਉਹਦਾ ਜ਼ਿਕਰ ਇਸ ਲਈ ਕਰ ਰਹੀ ਹਾਂ ਕਿਉਂਕਿ ਉਹ ਮੈਂ ਉਹਨਾਂ ਨੇ ਮੈਨੂੰ ਟਾਈਮਸ ਦੇ ਦਿੱਤੇ ਸੀ ਕਿ ਤੁਸੀਂ ਜੀ ਮੈਨੂੰ ਇੱਥੇ ਮਤਲਬ ਥੋੜਾ ਛੇਤੀ ਬੋਲਤਾ ਸੀ ਉਹਨਾਂ ਨੇ ਸੋ ਮੇਰੇ ਕੋਲ ਟਾਈਮ ਘੱਟ ਸੀ ਪਰ ਮੇਰਾ ਕੰਮ ਜ਼ਿਆਦਾ ਸੀਗਾ ਸੋ ਮੈਂ ਉਹੀ 2 ਰਾਤਾਂ ਮੈਂ ਜਾਗ ਕੇ ਕੀਤੀ ਕੰਪਲੀਟ ਪੇਂਟਿੰਗ ਸੋ ਐਸੇ ਵੀ ਮਤਲਬ ਅਸੀਂ ਵੀ ਗੋ ਥਰੂ ਥੀਸ ਥਿੰਗਸ ਐਸ ਵੈਲ ਕਿ ਅਸੀਂ ਸਾਨੂੰ ਰਾਤਾਂ ਜਾਗ ਜਾਗ ਕੇ ਵੀ ਪੇਂਟਿੰਗਸ ਕੰਪਲੀਟ ਕਰਨੀਆਂ ਪੈਂਦੀਆਂ ਬਟ ਉੱਥੇ ਮੈਂ ਤੁਹਾਨੂੰ ਦੱਸਾਂ ਕਿ that can be overwhelmed especially for an artist ਕਿਉਂਕਿ ਤੁਸੀਂ you are born to create not to
ਅਸੀਂ ਮੈਨੂੰ ਮੈਂ ਕਦੇ ਵੀ ਕੋਈ ਕੰਮ ਏਦਾਂ ਨਹੀਂ ਕਰ ਸਕਦੀ ਕਿ ਮੈਨੂੰ ਕੋਈ ਕਹੇ ਨਾ ਕਿ ਤੁਸੀਂ ਇਹ ਚੀਜ਼ ਕਰ ਦਿਓ ਤੇ ਮੈਂ ਕਰ ਦੂੰਗਾ, ਬਟ ਆਈ ਟੈਲ them ਕਿ ਯੂ ਸੀ ਮਾਈ ਵਰਕ ਐਂਡ ਵਾਟ ਕਾਈਂਡ ਆਫ ਵਰਕ ਆਈ ਡੂ, ਤੇ ਤੁਸੀਂ ਉਸ ਤਰੀਕੇ ਦੀ ਸੁਜੈਸਟ ਕਰ ਸਕਦੇ ਹੋ। ਜੀ ਜੀ ਕਿਉਂਕਿ ਮੈਂ ਕਿਸੇ ਨੂੰ ਵੀ ਇਹ ਨਹੀਂ ਕਹੂੰਗੀ ਕਿ ਯੈਸ ਆਈ ਕੈਨ ਡੂ ਇਟ ਓਨਲੀ ਬਿਕੋਜ਼ ਫॉर द ਮਨੀ, ਬਟ ਮੈਨੂੰ ਐ ਕਿ ਮੈਂ ਆਪਣਾ ਬੈਸਟ ਦੇ ਸਕਾਂ, ਸੋ ਮੈਂ ਉਹੀ ਜ਼ਿਆਦਾ ਖੁਸ਼ ਹਾਂ ਇਹ ਕਰਨ ਚ ਜਿੱਚ ਮੈਂ ਕੁਝ ਮਤਲਬ ਆਈ ਕੈਨ ਗਿਵ ਯੂ ਸਮਥਿੰਗ ਜਿਹਦੇ ਵਿੱਚ ਉਦਾਂ ਨਹੀਂ। ਹਾਂਜੀ ਠੀਕ ਹੈ ਜੀ। ਤੇ ਭੈਣ ਜੀ, what is your dream project? If you could do any art in the world, what would be your dream, your ideal piece of art? ਵੈਸੇ ਇਹ ਗੱਲ ਕਦੇ ਦਿਮਾਗ ਵਿੱਚ ਆਈ ਨਹੀਂ ਕਿ ਕਿਹੜੀ ਡ੍ਰੀਮ ਹੋ ਸਕਦੀ ਹੈ। ਮੇਰੀ ਡ੍ਰੀਮ ਤਾਂ ਇਹ ਹੈ ਕਿ ਮੈਂ ਜਦ ਤੱਕ ਹੈਗੀ ਹਾਂ ਤੇ ਕੁਛ ਨਾ ਕੁਛ ਬਣਾਉਂਦੀ ਰਵਾਂ, ਕਿ ਜ਼ਿੰਦਗੀ ਇਦਾਂ ਹੀ ਚੱਲਦੀ ਰਹੇ ਬਸ। ਜੇ ਅੱਗੇ ਕੋਈ ਐਸਾ ਮੌਕਾ ਆਇਆ ਕਿ ਗੁਰੂ ਸਾਹਿਬ ਨੇ ਕੁਛ ਇਦਾਂ ਦੀ ਚੀਜ਼ ਬਖਸ਼ੀ ਕਿ ਹਾਂ ਕੋਈ ਇਦਾਂ ਦੀ ਆਰਟ ਕਰ ਸਕਾਂ ਤੇ ਫਿਰ ਬਹੁਤ ਹੀ ਵਧੀਆ, ਪਰ ਇਦਾਂ ਕੁਛ ਹੈ ਨਹੀਂ ਹਲੇ ਦਿਮਾਗ ਵਿੱਚ। ਕੀ ਮੇਰੀ ਡ੍ਰੀਮ ਤਾਂ ਇਹ ਹੈ ਕਿ ਮੈਂ ਬਸ ਇਹ ਕਰਦੀ ਜਾਵਾਂ ਜਿੱਦਾਂ ਵੀ ਚੱਲ ਰਿਹਾ ਹੈ। ਤੇ That's really beautiful thought, Panji, because it's in fact you're probably loving what you do, which is why you don't ਹਾਂਜੀ, have any other. This is you're living your dream, so that's beautiful to hear. ਯਾ ਐਗਜ਼ੈਕਟਲੀ। A bit of a silly question I had actually. Have you named any of your pencils? Because most artists they name they have names for their tools and things like that. Like some tabla players that I know, they name their tabla. So do you have any names for your pencils or your pieces of art or anything like that? ਨਹੀਂ ਨਹੀਂ, ਮੈਂ ਨਹੀਂ ਏਦਾਂ ਦੀ ਚੀਜ਼ ਕਦੇ ਕੀਤੀ ਕੋਈ। Nay, nay, chalo. I thought it was just an inside scoop there for the members of Discord, but chalo, never mind. Um, okay, so I think we've come through all of that. And actually, this another question just I've just come through, and this is quite a debatable question, and it's sometimes I believe in Sikhi we try to do as much seva as we can, Hannah. ਹਾਂਜੀ, They but we don't often see the other side of it, where people have to have an income and earn an honest living and do what Mara has taught us to do. So the question here is, should art be funded? ਹਾਂ। ਅ, ਮੈਨੂੰ ਇਹ ਲੱਗਦਾ ਕਿ ਅਸੀਂ ਆਸਰਾ ਹੀ ਲੈ ਰਹੇ ਹਾਂ। ਜਿਵੇਂ ਹੁਣ ਇਸ ਦੁਨੀਆ ਵਿੱਚ ਰਹਿਣਾ ਤੇ ਤੁਸੀਂ ਅੱਗੇ ਆਪਣੀ ਜੇ ਕਿਉਂਕਿ ਪੈਸੇ ਦੇਖੋ, ਪੈਸੇ ਨਾਲ ਸਾਰੀ ਚੀਜ਼ ਅੱਜ-ਕੱਲ੍ਹ ਤੁਲਦੀ ਹੈ ਦੁਨੀਆ ਵਿੱਚ, ਤੁਹਾਨੂੰ ਵੀ ਇਹ ਚੀਜ਼ ਪਤਾ ਹੈ। ਸੋ ਹੁਣ ਅਸੀਂ ਜੇ ਗੁਰਦੁਆਰਿਆਂ ਵਿੱਚ ਦੇਖੀਏ ਜਾਂ ਫਿਰ ਰਾਗੀ ਕੀਰਤਨ, ਉਹਨਾਂ ਨੂੰ ਹੀ ਦੇਖ ਲਈਏ, ਜੇ ਰਾਗੀ ਸਿੰਘ ਹੋਣਾ ਨੂੰ ਦੇਖ ਲਈ ਕਿ ਉਹਨਾਂ ਨੂੰ ਕਿੰਨਾ ਕੁ ਵੈਸੇ ਸਪੋਰਟ ਮਿਲ ਜਾਂਦਾ ਸਾਡੀ ਸੰਗਤ ਤੋਂ। ਪਰ ਖੈਰ ਇਹ ਵੀ ਇੱਕ ਟੈਲੈਂਟ ਹੈ, ਇਹ ਵੀ ਇੱਕ ਕਹਿ ਲਓ ਕਿ ਰੱਬ ਦੀ ਦਿੱਤੀ ਦਾਤ ਹੈ। ਸੋ ਜਿਸ ਦੁਨੀਆ ਵਿੱਚ ਰਹਿਣਾ ਆ, ਜੇ ਜੀਣਾ ਆ ਤੇ ਸਾਨੂੰ ਉਸਦੇ ਹਿਸਾਬ ਨਾਲ ਚੱਲਣਾ ਵੀ ਪੈਣਾ। ਸੋ ਇੱਕ ਕਹਿ ਲਓ ਨਾ ਬੰਦੇ ਨੇ ਆਪਣੀ ਰੋਜ਼ੀ ਰੋਟੀ ਚਲਾਉਣੀ ਹੈ ਤੇ ਫਿਰ ਜੇ ਉਹਦੇ ਕੋਲ ਹੋਰ ਕੋਈ ਆਸਰਾ ਨਹੀਂ ਹੈ ਦਿਸਦਾ, ਤੇ ਫਿਰ ਮੈਨੂੰ ਲੱਗਦਾ ਕਿ ਦੇ ਕੈਨ ਡੂ ਦਿਸ, ਲਾਈਕ ਦੇ ਕੈਨ ਡੂ ਔਨ ਥਰੂ ਦਿਸ ਆਰਟ ਐਂਡ ਕਿਉਂਕਿ ਇਨ ਦੀ ਐਂਡ ਗੁਰੂ ਸਾਹਿਬ ਹੀ ਨੇ ਜਿਹੜੇ ਤੁਹਾਨੂੰ ਖੜਾ ਕਰ ਰਹੇ ਨੇ। ਤੁਸੀਂ ਇਹ ਨਹੀਂ ਕਿ ਪੈਸੇ ਨਾਲ ਤੇ ਦੇਖੋ ਜੀ ਆਰਟ ਦੀ ਤੁਲਨਾ ਹੋ ਹੀ ਨਹੀਂ ਸਕਦੀ ਇਨ ਦ ਫਰਸਟ ਪਲੇਸ, ਕਿਉਂਕਿ ਤੁਸੀਂ ਕੁਛ ਵੀ ਬਣਾਉਂਦੇ ਹੋ ਉਹਦੀ ਕੋਈ ਮੇਰੇ ਹਿਸਾਬ ਨਾਲ ਤਾਂ ਕੋਈ ਤੁਲਨਾ ਨਹੀਂ ਹੈ। ਇਟਸ ਜਸਟ ਬਿਕੋਜ਼ ਯੂ نو ਸਾਨੂੰ ਇੱਕ ਆਪਣੀ ਰੋਜ਼ੀ ਰੋਟੀ ਚਲਾਉਣੀ ਹੈ, ਤਾਂ ਕਰਕੇ ਅਸੀਂ ਕਹਿ ਲਓ ਕਿ ਕਮਾ ਰਹੇ ਹਾਂ ਪੇਂਟਿੰਗਸ ਦੇ ਥਰੂ ਜਾਂ ਜਿੱਦਾਂ ਵੀ, ਪਰ ਆਰਟ ਦੀ ਕੋਈ ਤੁਲਨਾ ਹੈ ਨਹੀਂ। Ji, thank you. ਇਹਦਾ ਕੋਈ ਪ੍ਰਾਈਜ਼ ਨਹੀਂ ਹੈ, ਕੋਈ ਅਸੀਂ ਕਹੀਏ ਨਾ ਕਿ ਵੈਸੇ ਅਸੀਂ ਕੋਈ ਪ੍ਰਾਈਜ਼, ਆਈ ਡੂ ਟੈਲ ਦ ਪ੍ਰਾਈਜ਼ ਵੈਨ ਆਮ ਸੈਲਿੰਗ ਮਾਈ ਪੇਂਟਿੰਗਸ, ਬਟ ਮੇਰੇ ਦਿਲ ਵਿੱਚ, ਮੇਰੇ ਮਨ ਵਿੱਚ ਕੋਈ ਪ੍ਰਾਈਜ਼ ਨਹੀਂ ਹੈ ਪੇਂਟਿੰਗਸ ਦਾ। ਸੋ Ji, bilkul. And I think in an ideal world, if we can just give away what we love, sometimes that's the biggest blessing that we have. ਹਾਂਜੀ, And that comes in all art forms. I know artists generally they fall in love with their pieces of art, and they say you should let things go. What you most love. So it's in a way you're having your happiness. You're taking that piece of happiness that you have,
and you're giving it away to others so they can sort of forever feel that. And I think that's a beautiful thing. Exactly. And you're almost you're giving away pieces of your skill, your work, your art, your dream uh, Mm. into thousands of homes that Mm. have your artwork, and that's a beautiful teaching. So Sangaji, we're coming up to the towards the end and just wrapping up the talk. I was just wondering if I can open up to the Sangat. If they've got any questions, feel free to unmute and ask Banji any sort of questions if that's okay. ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ so I have a question. So ਜਿੱਦਾਂ you mentioned ਵੀ ਤੁਸੀਂ ਗੁਰਮਤਿ ਸੰਗੀਤ ਸਿੱਖਦੇ ਹੋ, and when you're learning ਸੰਗੀਤ, when you're learning ਰਾਗ, when you're learning ਕੀਰਤਨ, you know, ਉਹਦੇ ਵਿੱਚ ਜਿੱਦਾਂ ਕੋਈ ਤਾਲੀਮ ਹੁੰਦੀ ਹੈ, right? There is a structured way to learn the art, ਕੋਈ ਉਸਤਾਦ ਤੋਂ, and you know, there's ways ਵੀ ਸ਼ਾਇਦ, you know, ਤੇ ਤਬਲਾ ਸਿੱਖਣਾ ਹੋਵੇ, right? ਹਾਂਜੀ ਪਹਿਲੋਂ ਇਸ ਸਿੰਪਲ ਬੋਲ ਤੇ ਨਾ ਤੇ ਸ਼ੁਰੂ ਕਰੋ, ਗੇ ਤੇ ਸ਼ੁਰੂ ਕਰੋ, ਦਾ ਤੇ ਸ਼ੁਰੂ ਕਰੋ, ਔਰ ਤੋਂ ਫਿਰ ਠੇਕੇ ਤੇ ਚੱਲੋ, ਫਿਰ ਥੋੜੇ ਕਾਇਦਾ ਸ਼ੁਰੂ ਹੁੰਦੇ ਨੇ ਜਾਂ ਰਾਗ ਦੇ ਵਿੱਚ, you know, you're working on your sargams, you know, and at the end of the day you're always, you know, going back to your basics, you know. ਯੈਸ ਵੀ ਜਿੰਨੇ ਵੀ ਵੱਡੇ ਉਸਤਾਦ ਨੇ, they still sit down and they'll practice their teen tal. ਜਿੰਨੇ ਵੀ ਵੱਡੇ ਉਸਤਾਦ ਨੇ, they'll sit down and just do their sargams. ਹਾਂਜੀ ਵੀ ਇਦਾਂ ਦਾ ਕੋਈ ਸਿਸਟਮ ਹੈਗਾ ਆ in painting, you know, because in har gurdware you can find a ragi, you can find a ustad. In every Sikh society, Sikh community, you can find a ustad to teach you kirtan. It is because kirtan happens in all our gurdware. But the art, the kala of painting is not so common. It's very rare to find a person who paints, and then even more rare who tries to replicate that Paratan style and the Paratan tradition. ਹਾਂਜੀ There's some sort of talim to this structured set. Is there a way you can find ustads for this? And if there isn't, how can that system be made in which this becomes a structured institutional thing? Jithe, you know, Maharaj Kirpanal, you know, you go to a Khalsa school, and it isn't just we hanji duje vi jire kalle hunde ne, we rag vi sikhna hai. You have poetry class, you have actual art class where you can draw, you can learn that Paratan style of painting. ਐਕਚੁਅਲੀ ਇੱਥੇ ਸਾਡੇ ਇੱਧਰ ਵੈਸੇ ਹਿਮਾਚਲ ਜਿਹੜੀ ਸਾਈਡ ਹੈ ਹਿਲ ਸਾਈਡ ਆ ਉੱਥੇ ਸਿਖਾਉਂਦੇ ਵੀ ਨੇ, ਐਸੀ ਗੱਲ ਨਹੀਂ। ਪਰ ਹੁਣ ਜਿਵੇਂ ਅਸੀਂ ਮੈਂ ਉਹੀ ਗੱਲ ਕਰ ਰਹੀ ਹਾਂ ਕਿ ਜਿਵੇਂ ਤੁਸੀਂ ਕੀਤਾ ਕਿ ਹਾਂ ਉਸਤਾਦ ਹੁੰਦੇ ਆ, ਉਹਨਾਂ ਤੋਂ ਸਿੱਖ ਸਕਦੇ ਹਾਂ ਅਸੀਂ। ਇਹ ਵੀ ਸਹੀ ਗੱਲ ਹੈ ਕਿ ਸਾਡੇ ਕੋਲ ਹਲੇ ਐਸੀ ਕੋਈ ਸੁਵਿਧਾ ਹੈ ਨਹੀਂ ਕਿ ਅਸੀਂ ਕਿਸੇ ਕੋਲ ਜਾ ਸਕੀਏ ਤੇ ਫਿਰ ਅਸੀਂ ਕਹੀਏ ਕਿ ਜੀ ਹਾਂ ਜੀ ਸਾਨੂੰ ਇਹ ਸਟਾਈਲ ਸਿੱਖਣਾ ਆ ਪਰਟੀਕੂਲਰ। ਤੇ ਵੈਸੇ ਤਾਂ ਅਸੀਂ ਸਕੂਲਸ ਹੁੰਦੇ ਨੇ, ਪਰ ਸਕੂਲਸ ਵਿੱਚ ਸਾਨੂੰ ਸਿੱਧਾ ਸਾਨੂੰ ਇਹ ਨਹੀਂ ਸਿਖਾਇਆ ਜਾਏਗਾ ਨਾ ਕਿ ਸਿੱਖ ਮਿਨੀਏਚਰ ਆਰਟਸ ਅਸੀਂ ਸਿੱਖਣੀ ਹੈ, ਸਿੱਖੀ ਵਿੱਚ ਸਿੱਖਣਾ ਸਭ ਕੁਛ। ਤੇ ਉਹ ਤਾਂ ਸਾਡੇ ਅਗਰ ਜੇ ਗੁਰਦੁਆਰੇ ਵਿੱਚ ਉਹ ਚੀਜ਼ ਹੋ ਸਕੇ ਤੇ ਉਹ ਤਾਂ ਫਿਰ ਬਹੁਤ ਹੀ ਵਧੀਆ ਗੱਲ ਹੈ। ਬਟ ਇਹ ਚੀਜ਼ ਹਾਂਜੀ ਰੇਅਰ ਬਹੁਤ ਹੈਗੀ ਹੈ। ਪਰ ਇਹ ਹੈ ਕਿ ਜਿੱਦਾਂ ਅਸੀਂ ਹੁਣ ਤੁਸੀਂ ਆਈਡੀਆ ਵੀ ਮੈਨੂੰ ਦਿੱਤਾ ਇੱਕ, ਜਿਵੇਂ ਹੁਣ ਅਸੀਂ ਸਿੱਖਾਂਗੇ ਅੱਗੇ ਤੇ ਸਾਰੀ ਵੀ ਸ਼ੁੱਡ ਟੀਚ ਅਦਰਸ ਐਜ਼ ਵੈਲ, ਸੋ ਵੀ ਸ਼ੁੱਡ ਗਿਵ ਅਦਰਸ ਚਾਂਸ ਕਿ ਉਹ ਵੀ ਇਹ ਚੀਜ਼ਾਂ ਸਿੱਖ ਸਕਦੇ ਨੇ ਕਿ ਇਫ ਦੇ ਨੀਡ ਗਾਈਡੈਂਸ। ਜਿਵੇਂ ਸਾਨੂੰ ਰਾਗਾਂ ਵਿੱਚ ਵੀ ਗਾਈਡੈਂਸ ਚਾਹੀਦੀ ਹੈ, ਕੋਈ ਵੀ ਚੀਜ਼ ਅਗਰ ਰਾਗ ਇੱਕ ਪਰਟੀਕੂਲਰ ਰਾਗ ਸਿੱਖਣ ਲਈ ਵੀ ਸਾਨੂੰ ਗਾਈਡੈਂਸ ਚਾਹੀਦੀ ਹੈ ਕਿ ਹਰ ਇੱਕ ਚੀਜ਼ ਸਾਨੂੰ ਈਵਨ ਪੈਨਸਿਲ, ਅਗਰ ਕਿਸੇ ਨੂੰ ਪੈਨਸਿਲ ਨਹੀਂ ਚਲਾਉਣੀ ਆਉਂਦੀ ਤਾਂ ਉਹਨੂੰ ਅਸੀਂ ਪੈਨਸਿਲ ਵੀ ਸਿਖਾ ਸਕੀਏ। ਸੋ ਇਹ ਹੈ ਕਿ ਜੇ ਕੋਈ ਸਿੱਖਣਾ ਚਾਹੁੰਦਾ ਤੇ ਦੇ ਕੈਨ ਲਰਨ, ਬਟ ਹਜੇ ਕੋਈ ਐਸੀ ਕੋਈ ਸੁਵਿਧਾ ਹੈ ਨਹੀਂ। ਬਟ ਮੈਂ ਮੇਰੇ ਲਈ ਅਗਰ ਮੈਂ ਕਹਾਂ ਕਿ ਅਗਰ ਮੈਂ ਕਿੱਦਾਂ ਇਸ ਚੀਜ਼ ਨੂੰ ਕੰਸਿਸਟ ਰੱਖਦੀ ਹਾਂ ਕਿ ਆਈ ਡੂ ਪ੍ਰੈਕਟਿਸ ਆਲਸੋ। ਲਾਈਕ ਮੈਂ ਕੋਈ ਚੀਜ਼ ਚੁੱਕ ਲੈਂਦੀ ਹਾਂ, ਜਿਵੇਂ ਮੈਨੂੰ ਕੋਈ ਭਾਵੇਂ ਮੈਂ ਕੋਈ ਚੀਜ਼ ਦੇਖੀ ਕਿਉਂ ਨਾ ਹੋਵੇ, ਲਾਈਵ ਦੇਖੀ ਹੋਵੇ, ਫਿਰ ਮੈਂ ਉਸ ਚੀਜ਼ ਨੂੰ ਪ੍ਰੈਕਟਿਸ ਜ਼ਰੂਰ ਕਰਦੀ ਹਾਂ। ਸੋ ਕਿ ਮੇਰਾ ਮਾਈਂਡ ਇਹ ਨਾ ਹੋਏ ਕਿ ਹਾਂ ਯੂ ਨੋ ਕਿ ਅੱਗੇ ਪ੍ਰੋਗਰੈਸ ਕਰੇ। ਸੋ ਯੂ ਹੈਵ ਟੂ ਡੂ ਦ ਪ੍ਰੈਕਟਿਸ ਔਨ ਯੂਰ ਓਨ। ਮਤਲਬ ਤੁਸੀਂ ਅਗਰ ਅਸੀਂ ਸੰਗੀਤ ਵਿੱਚ ਵੀ ਦੇਖੀਏ ਤੇ ਫਿਰ ਅਗਰ ਉਸਤਾਦ ਹੁਣੀ ਹੈਗੇ ਆ, ਚਲੋ ਸਾਨੂੰ ਸਿਖਾਉਂਦੇ ਆ, ਬਟ ਯੂ ਹੈਵ ਟੂ ਡੂ ਪ੍ਰੈਕਟਿਸ। ਸੋ ਜੇ ਤੁਸੀਂ ਪ੍ਰੈਕਟਿਸ ਨਹੀਂ ਕਰੋਗੇ ਫਿਰ ਤੁਸੀਂ ਉੱਥੇ ਨਹੀਂ ਪਹੁੰਚੋਗੇ। ਸੋ ਇਹ ਆਪਣੇ ਉੱਤੇ ਹੀ ਹੈ, ਜਦ ਤੁਸੀਂ when there's no one you can find who can help you, so you have to do practice। ਜੇ ਅਗਰ ਤੁਸੀਂ ਉਸ ਚੀਜ਼ ਨੂੰ ਸਿੱਖਣਾ ਚਾਹ ਰਹੇ ਹੋ ਤੇ I think that is the only solution for like at the moment। but
ਅੱਗੇ ਦੇ ਅੱਗੇ I think this should happen ਕਿ ਅੱਗੇ ਸਾਡੇ ਕੋਲ ਸਕੂਲਸ ਹੋਣ ਸਿੱਖਣ ਲਈ ਕਿ ਜਿੱਥੇ ਅਸੀਂ ਜਾ ਕੇ ਸਿੱਖ ਸਕੀਏ ਸਾਰੀਆਂ ਚੀਜ਼ਾਂ ਇੱਕੋ ਹੀ ਜਗ੍ਹਾ ਜਿੱਥੇ ਮਿਲਣ ਇੱਥੇ ਗੁਰਦੁਆਰਿਆਂ ਵਿੱਚ ਇਹ ਚੀਜ਼ ਹੈ ਨਹੀਂ ਹੱਲੇ ਸੋ ਦੇਖੀਏ ਅੱਗੇ ਕੀ ਹੁੰਦਾ Ji, thank you for that, Panji. I think this talk has and this hour has just flown by, and really thank you for coming on, Panji, and thank you for sharing your thoughts. I mean, it's definitely inspired me to pick up that pencil and upgrade from the stick man figure that I draw. Hopefully, as you say, I'll find a start to pick up that pencil and start drawing and take that forward. But yeah, thank you so much for coming on and sharing your thoughts on this art and Sikhi. And is there any closing statements or any closing remarks you want to make? ਮੈਨੂੰ ਇਹ ਲੱਗਦਾ ਕਿ ਜਿਹੜੀ ਇੱਕ ਕਲਾ ਹੁੰਦੀ ਹੈ ਅੰਦਰੂਨੀ ਹੁੰਦੀ ਹੈ ਵੈਸੇ ਤਾਂ ਹਰ ਇੱਕ ਚੀਜ਼ ਕਹਿ ਲਓ ਕਨੈਕਸ਼ਨ ਹੁੰਦਾ ਇੱਕ ਬੰਦੇ ਦਾ ਤੇ ਇਹ ਵੀ ਸਾਰੀਆਂ ਚੀਜ਼ਾਂ ਤੋਂ ਲਿਖੀਆਂ ਆਉਂਦੀਆਂ ਨੇ ਤੇ ਬਸ ਇੰਨਾ ਹੀ ਕਹੂੰਗੀ ਕਿ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਅੱਜ ਤੁਸੀਂ ਇਹ ਮੌਕਾ ਦਿੱਤਾ ਗੱਲਬਾਤ ਕਰਨ ਦਾ ਤੇ ਬੜਾ ਵਧੀਆ ਲੱਗਾ ਮੈਨੂੰ ਵੀ ਸਭ ਦੇ ਨਾਲ ਗੱਲ ਕਰਕੇ ਤੇ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਯੈਸ I will look forward to it. Thank you so much, Panji, and thank you, Sangaji, for joining in. If there's once again, Panji Harman Kaur's social media is shared on the Text with Voice channel, so please do follow, like, and subscribe. And if you do, want to go through and order any of those paintings or any of the pieces that Panji has kindly drawn with so much love and determination there, please do drop Panji a message on Instagram. Once again, thank you so much for coming on, and thank you, Sangat ji, for listening in. That will be the end of today's talk. So thank you, Ji, and we'll see you next time, Ji. Waheguru Ji Ka Khalsa, Waheguru Ji Ki ਵਾਹਿਗੁਰੂ ਜੀ Fateh. ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ